ਸਿਮਰੋ ਅੰਗਦ ਦੋਖ ਨਿਕੰਦ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਸ਼੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਹਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦ ਹੋ ਬਾਰ ਬਾਰ ਜਗਦੀਸ਼ਾ। ਜਿਸਮਹਿ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਦੀਨ ਦੁਨੀਆ ਦੇ ਮਾਲਕ ਜ਼ਬਰ ਛਤਰ ਤਖਤ ਦੇ ਮਾਲਕ ਸਮੂਹ ਵਡਿਆਈਆਂ ਦੇ ਮਾਲਕ ਸੱਚੇ ਪਾਤਸ਼ਾਹ ਮਿਹਰਬਾਨ ਸਤਿਗੁਰੂ ਦਿਆਲੂ ਕਿਰਪਾਲੂ ਅੰਤਰਜਾਮੀ ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਪਰਦੇ ਕੱਢਣ ਵਾਲੇ ਸੱਚੇ ਪਾਤਸ਼ਾਹ ਸੁੱਖਾਂ ਦੇ ਦਾਤੇ ਸੱਚੇ ਪਾਤਸ਼ਾਹ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਹਾਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਬੜੇ ਹੀ ਪ੍ਰੇਮ ਦੇ ਨਾਲ ਸਭ ਸਿੱਖ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਕੱਲ ਬੜਾ ਹੀ ਬੈਰਾਗਮਈ ਪ੍ਰਸੰਗ ਸਰਵਣ ਕੀਤਾ। ਧੰਨ 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 ਬਾਬਾ ਜੀ ਸਾਹਿਬ ਬਾਬਾ ਗੁਰਦਿੱਤਾ ਜੀ ਤਿਨਾਂ ਨੇ ਆਪਣਾ ਸਰੀਰ ਤਿਆਗਿਆ। ਉਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਬੜੇ ਪ੍ਰੇਮ ਨਾਲ ਸੁਰਤੀਆਂ ਨੂੰ ਇਕਾਗਰ ਕਰੋ। ਸਭ ਸੰਗਤਾਂ ਆਖੋ ਜੋਤੀ ਜੋਤ ਰਲੀ 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 ਜੋਤੀ ਜੋਤ ਰਲੀ
ज्योति जोत रली, ज्योति जोत रली, ज्योति जोत रली। बाबा जी साहब बाबा गुरदित्ता जी इस फानी संसार विचों अपना शरीर त्याग गए। ਉਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਸੀ। ਭਾਈ ਸਾਹਿਬ ਆਪ ਜੀ ਨੂੰ ਸ਼ਬਦ ਸਰਵਣ ਕਰਾ ਰਹੇ ਸਨ। ਸਫਲਿਓ ਸਤਿਗੁਰ ਸੇਵਿਆ ਧਨ ਜਨਮ ਪਰਮਾਨ। ਸਾਧ ਸੰਗਤ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਸ਼ਬਦ ਸੀ। ਉਹਦੇ ਵਿੱਚ ਇੱਕ ਸ਼ਬਦ ਹੈ, ਗੁਰਮੁਖ ਮੂਏ ਜੀਵ ਦੇ ਪਰਵਾਨ ਹੈ, ਮਨਮੁਖ ਜਨਮ ਮਰਾਹੇ। ਜਿਹੜੇ ਗੁਰਮੁਖ ਨੇ ਉਹ ਜਿਉਂਦੇ ਵੀ ਪਰਵਾਨ ਨੇ, ਤੇ ਗੁਰਮੁਖ ਭਾਵੇਂ ਸਰੀਰ ਤਿਆਗ ਦੇਣ ਉਸ ਸਮੇਂ ਵੀ ਉਹ ਪ੍ਰਵਾਨ ਹੀ ਨੇ ਜੀ। ਗੁਰਮੁਖਾਂ ਦੀ ਖੇਡ ਜਿਹੜੀ ਨਿਰਾਲੀ ਹੈ। ਗਾਂ ਦਾ ਤੇ ਤੁਸੀਂ ਸੁਣਿਆ ਇੱਕ ਬਹਾਨਾ ਹੀ ਸੀਗਾ ਜੀ, ਕੋਈ ਏਡੀ ਵੱਡੀ ਗੱਲ ਨਹੀਂ ਸੀ। ਦੂਜੀ ਪਾਰਟੀ ਦੇ ਬੰਦਿਆਂ ਨੇ, ਪਹਾੜੀ ਬੰਦਿਆਂ ਨੇ, ਬ੍ਰਾਹਮਣਾਂ ਨੇ ਮਿਲ ਕੇ ਗਾਂ ਦਾ ਬਹਾਨਾ ਹੀ ਬਣਾਇਆ, ਬਾਬਾ ਜੀ ਪਾਸੋਂ ਕਾਰਜ ਕਰਵਾਇਆ। ਤੇ ਸੰਗਤ ਜੀ ਕੱਲ ਤੁਸੀਂ ਸੁਣਿਆ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਨੂੰ ਪੁੱਛਦੇ ਵੀ ਅੱਜ ਇੰਨੀ ਦੇਰੀ ਨਾਲ ਕਿਉਂ ਆਏ ਹੋ। ਸਿੱਖਾਂ ਦੱਸਿਆ ਬਾਬਾ ਜੀ ਸੱਚੇ ਪਾਤਸ਼ਾਹ ਮਹਾਰਾਜ ਅੱਜ ਰਸਤੇ ਵਿੱਚ ਆਹ ਕੁਝ ਵਰਤਿਆ। ਬਾਬਾ ਜੀ ਵੱਲੋਂ ਮਰੀ ਹੋਈ ਗਾਂ ਨੂੰ ਜਿੰਦਾ ਕੀਤਾ ਗਿਆ। ਜਦੋਂ ਆਹ ਬਚਨ ਸਤਿਗੁਰਾਂ ਨੇ ਸੁਣਿਆ, ਕੁਝ ਸਮਾਂ ਤੇ ਸੱਚੇ ਪਾਤਸ਼ਾਹ ਮੌਨ ਰਹੇ। ਫਿਰ ਸੱਚੇ ਪਾਤਸ਼ਾਹ ਮਹਾਰਾਜ ਬਾਬਾ ਜੀ ਦੇ ਪਾਸ ਆਪ ਚੱਲ ਕੇ ਗਏ ਜੀ। ਮਹਾਰਾਜ ਨੇ ਤਾੜਨਾ ਵਾਲੇ ਸ਼ਬਦ ਬੋਲੇ। ਬਾਬਾ ਜੀ ਦਾ ਸਰੀਰ ਕੰਬਣ ਲੱਗ ਪਿਆ। ਬਾਬਾ ਜੀ ਬੜੇ ਹੀ ਭੈ ਵਿੱਚ ਆ ਗਏ। ਸੰਗਤ ਜੀ ਗੱਜ ਕੇ ਆਖੋ ਸਾਰੇ ਵਾਹਿਗੁਰੂ। ਇਹ ਸਤਿਗੁਰੂ ਜੀ ਦਾ ਜਿਹੜਾ ਭੈ ਹੈ ਇਹ ਮਨੁੱਖ ਨੂੰ ਬਹੁਤ ਸਵਾਰਦਾ ਹੈ। ਜਿਹਦੀ ਜ਼ਿੰਦਗੀ ਵਿੱਚ ਗੁਰੂ ਦਾ ਡਰ ਹੋਏਗਾ, ਜਿਹਦੀ ਜ਼ਿੰਦਗੀ ਵਿੱਚ ਸਤਿਗੁਰੂ ਜੀ ਦਾ ਭੈ ਹੋਏਗਾ, ਉਹਦੀ ਜ਼ਿੰਦਗੀ ਬਚੀ ਰਹੇਗੀ ਜੀ। ਹਾਂਜੀ, ਉਹ ਜੀਵਨ ਦੇ ਵਿੱਚ ਬੜਾ ਕਾਮਯਾਬ ਤੇ ਸਫਲ ਹੋ ਜਾਏਗਾ। ਬਾਬਾ ਜੀ ਬੜਾ ਹੀ ਭੈ ਸਤਿਗੁਰੂ ਜੀ ਦਾ ਕਰਨ ਦੇ ਜੀ। ਹਾਂਜੀ, ਸਤਿਗੁਰੂ ਜੀ ਨੇ ਇੰਨਾ ਹੀ ਆਖਿਆ ਕਿ ਸੰਸਾਰ ਫਾਨੀ ਹੈ, ਲੋਕੀ ਮਰਦੇ ਰਹਿਣਗੇ, ਸਾਡੇ ਕੋਲ ਸਰੀਰ ਲੈ ਆਇਆ ਕਰਨਗੇ, ਕਿਹਨੂੰ ਕਿਹਨੂੰ ਜਿੰਦੇ ਕਰਾਂਗੇ। ਹੁਣ ਜਾਂ ਤੁਸੀਂ ਰਹੋ ਜਾਂ ਅਸੀਂ ਰਵਾਂਗੇ। ਬਾਬਾ ਜੀ ਨੇ ਕੋਈ ਬਚਨ ਨਹੀਂ ਕੀਤਾ। ਬਾਬਾ ਜੀ ਨੇ ਮੱਥਾ ਟੇਕਿਆ। 3 ਪਰਿਕਰਮਾਵਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਕੀਤੀਆਂ। ਕੀਰਤਪੁਰ ਸਾਹਿਬ ਤੋਂ ਅੱਗੇ ਉੱਪਰ ਵਾਲੇ ਪਾਸੇ ਪਹਾੜੀ ਤੇ ਗਏ। ਬਾਬਾ ਬੁੱਢਣ ਸ਼ਾਹ ਜੀ ਦੇ ਅਸਥਾਨ ਤੋਂ ਥੋੜ੍ਹੀ ਅੱਗੇ ਗਏ ਜੀ। ਹੱਥ ਵਿੱਚ ਛੜੀ ਸੀ, ਉਹ ਛੜੀ ਧਰਤੀ ਵਿੱਚ ਗੱਡ ਦਿੱਤੀ। ਉੱਥੇ ਜਾ ਕੇ ਬਾਬਾ ਸਾਹਿਬ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ ਜੀ। ਗੁਰਮੁਖੋ ਇਹ ਬਚਨ ਆਪਣੇ ਪੁੱਤਰ ਨੂੰ ਕਹਿਣਾ ਬੜਾ ਸੌਖਾ ਹੈਗਾ। ਵਾਹਿਗੁਰੂ ਸੌਖਾ ਹੀ ਕੀ ਬੜਾ ਔਖਾ ਹੈਗਾ ਜੀ। ਕੋਈ ਵੀ ਬਾਪ ਆਪਣੇ ਪੁੱਤਰ ਨੂੰ ਇਹ ਨਹੀਂ ਕਹਿ ਸਕਦਾ ਵੀ ਜਾਂ ਤੂੰ ਚੱਲ ਜਾ ਜਾਂ ਮੈਂ ਚੱਲ ਜਾਣਾ ਜੀ। ਹਾਂਜੀ, ਸਤਿਗੁਰੂ ਦਾ ਹੀ ਘਰ ਹੈ। ਇਹ ਜਿਹੜੀ ਲੀਲਾ ਕੱਲ ਆਪ ਜੀ ਨੇ ਸਰਵਣ ਕੀਤੀ ਹੈ ਇਹ ਸਧਾਰਨ ਨਹੀਂ ਹੈਗੀ ਜੀ। ਇਹਨੂੰ ਪ੍ਰਾਪਤੀ ਵਾਸਤੇ ਇਸ ਤਰ੍ਹਾਂ ਸਰੀਰ ਤਿਆਗਣਾ ਵੀ ਕਿਸੇ ਦੇ ਵੱਸ ਦੀ ਗੱਲ ਨਹੀਂ ਹੈਗੀ ਜੀ। ਹਾਂਜੀ, ਮੈਂ ਕੱਲ ਵੀ ਬੇਨਤੀ ਕੀਤੀ, ਬਾਬਾ ਜੀ ਇੱਕ ਚਾਦਰ ਲੈ ਕੇ ਲੰਮੇ ਪੈ ਗਏ, ਆਪਾਂ 100 ਚਾਦਰਾਂ ਲੈ ਕੇ ਲੰਮੇ ਪੈ ਜਾਈਏ। ਇਸ ਤਰੀਕੇ ਨਾਲ ਸਰੀਰ ਰੱਬੀ ਬੰਦੇ ਛੱਡਦੇ ਜੀ। ਰੱਬੀ ਬੰਦੇ ਜੀ ਆਪਣੀ ਮਰਜ਼ੀ ਦੇ ਨਾਲ ਸਰੀਰ ਛੱਡ ਦੇਣਾ। ਬਾਬਾ ਸਾਹਿਬ ਜੀ ਦਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਹੁਣ ਫਿਰ ਇੱਕ ਵਾਰੀ ਸਾਰੇ ਆਖੋ, ਜੋਤੀ ਜੋਤ ਰਲੀ, 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 ਜੋਤੀ ਜੋਤ ਰਲੀ। ਬਾਬਾ ਜੀ ਦਾ ਸਰੀਰ ਇੱਕ ਪਾਸੇ ਤਿਆਗਿਆ ਹੋਇਆ ਪਿਆ ਹੈ। ਸਰੀਰ ਬਾਬਾ ਜੀ ਨੇ 5 ਭੂਤਕ ਕੋ ਤਿਆਗ ਦਿੱਤਾ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਉਹ ਅਵਸਥਾ ਬਣ ਗਈ ਹੈ। ਹੁਣ ਇਹਦੇ ਤੋਂ ਅਗਲਾ ਪ੍ਰਸੰਗ ਆਪ ਜੀ ਸਰਵਣ ਕਰੋ।
ਸਭ ਸਿੱਖ ਸੰਗਤਾਂ ਗੱਜ ਕੇ ਆਖੋ ਧੰਨ ਬਾਬਾ ਗੁਰਦਿੱਤਾ ਜੀ। ਧੰਨ ਬਾਬਾ ਗੁਰਦਿੱਤਾ ਜੀ। ਫਿਰ ਗੱਜ ਕੇ ਆਖੋ ਧੰਨ ਬਾਬਾ ਗੁਰਦਿੱਤਾ ਜੀ। ਧੰਨ ਬਾਬਾ ਗੁਰਦਿੱਤਾ ਜੀ। ਧੰਨ ਬਾਬਾ ਗੁਰਦਿੱਤਾ ਜੀ। ਧੰਨ ਬਾਬਾ ਗੁਰਦਿੱਤਾ ਧੰਨ ਬਾਬਾ ਗੁਰਦਿੱਤਾ ਜੀ। ਧੰਨ ਬਾਬਾ ਗੁਰਦਿੱਤਾ ਧੰਨ ਬਾਬਾ ਗੁਰਦਿੱਤਾ ਜੀ। ਧੰਨ ਬਾਬਾ ਗੁਰਦਿੱਤਾ ਜੀ। ਸਭ ਸਿੱਖ ਸੰਗਤਾਂ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੀ ਰੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤ ਕੀਰਤਪੁਰ ਮਹੰਜੇ ਦਾਸ। ਉਧਰ ਬਾਬਾ ਜੀ ਸਾਹਿਬ ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਗਏ। ਕੇਵਲ ਗੁਰੂ ਜੀ ਨੂੰ ਇਸ ਗੱਲ ਦਾ ਪਤਾ ਜੀ, ਪਰ ਮਹਾਰਾਜ ਜੀ ਵੀ ਸ਼ਾਂਤ ਬੈਠੇ। ਜਦੋਂ ਸਮਾਂ ਆ ਜਾਏਗਾ ਸਾਨੂੰ ਸੁਨੇਹਾ ਆਵੇਗਾ ਅਸੀਂ ਉਰੋਂ ਚੱਲ ਜਾਾਂਗੇ। ਗੁਰਮੁਖੋ ਵੇਖ ਲਓ ਸੱਚੇ ਪਾਤਸ਼ਾਹ ਜੀ ਨੂੰ ਪਤਾ, ਜਿਹੜੇ ਬਾਪ ਨੂੰ ਇਹ ਗੱਲ ਦਾ ਖਬਰ ਦਾ ਪਤਾ ਲੱਗੇ ਬਾਪ ਤੇ ਉੱਡ ਕੇ ਉਸ ਥਾਂ ਤੇ ਪਹੁੰਚ ਜਾਂਦਾ ਜੀ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧੀਰਜ ਵੇਖੋ, ਅੰਤਰਜਾਮੀ ਸਭ ਕੁਝ ਜਾਣਦੇ ਨੇ, ਪਰ ਸੱਚੇ ਪਾਤਸ਼ਾਹ ਸੱਜੇ ਨੇ। ਉਧਰ ਸ਼ਾਮ ਦਾ ਸਮਾਂ ਜਦੋਂ ਹੋ ਗਿਆ, ਤੁਸੀਂ ਸੁਣਿਆ ਸ਼ਾਮ ਦੇ ਸਮੇਂ ਬਾਬਾ ਜੀ ਨੇ ਸਰੀਰ ਤਿਆਗਿਆ ਸੀ। ਸ਼ਾਮ ਦਾ ਸਮਾਂ ਹੋ ਗਿਆ ਤੇ ਸਾਰੇ ਦਾਸ ਵਿਚਾਰ ਕਰਨ ਲੱਗ ਪਏ। ਸੇਵਾ ਹੇਤ ਰਹਿਤ ਨਿਤ ਪਾਸ। ਉਹ ਦਾਸ ਬਾਬਾ ਜੀ ਨੂੰ ਲੱਭਣ ਲੱਗ ਗਏ ਜਿਹੜੇ ਬਾਬਾ ਜੀ ਦੇ ਨਾਲ ਰਹਿੰਦੇ ਹੁੰਦੇ ਸੀਗੇ ਜੀ। ਸੇਵਾ ਦੇ ਵਿੱਚ ਬਾਬਾ ਜੀ ਦੇ ਨਾਲ ਰਹਿਣਾ। ਹੁਣ ਬਾਬਾ ਜੀ ਕਿਤੇ ਦਿਸ ਨਹੀਂ ਰਹੇ ਜੀ ਉਹਨਾਂ ਨੂੰ। ਹਾਂਜੀ ਲੱਗੇ ਬਿਲੋਕਨ ਦ੍ਰਿਸ਼ਟ ਨਾ ਆਵੇਂ। ਉਹ ਬਾਬਾ ਜੀ ਨੂੰ ਇਧਰ ਉਧਰ ਵੇਖਣ ਲੱਗ ਪਏ। ਕਿਸੇ ਨੂੰ ਨਹੀਂ ਪਤਾ ਵੀ ਬਾਬਾ ਜੀ ਸਰੀਰ ਹੀ ਛੱਡ ਗਏ ਜੀ ਆਪਣਾ ਜੀ, ਇਸ ਗੱਲ ਦਾ ਤੇ ਪਤਾ ਹੀ ਨਹੀਂ ਜੀ। ਉਹ ਬਾਬਾ ਜੀ ਨੂੰ ਇਧਰ ਉਧਰ ਲੱਭਣ, ਬਾਬਾ ਜੀ ਕਿਸੇ ਦੀ ਨਜ਼ਰੀ ਨਾ ਆਉਣ ਜੀ। ਬਾਬਾ ਜੀ ਦਿਸਣ ਨਾ, ਅੰਦਰ ਬਾਹਰ ਬਾਗ ਵਿੱਚ ਹਰ ਥਾਂ ਤੇ ਬਾਬਾ ਜੀ ਨੂੰ ਦੇਖਣ, ਪਰ ਬਾਬਾ ਜੀ ਕਿਤੇ ਵੀ ਉਹਨਾਂ ਨੂੰ ਲੱਭੇ ਨਾ ਜੀ। ਹਾਂਜੀ ਇਤ ਉਤ ਖੋਜਤ ਕਹੂੰ ਨਾ ਪਾਵੇ। ਇਧਰ ਉਧਰ ਉਹਨਾਂ ਨੇ ਖੋਜਿਆ, ਪਰ ਬਾਬਾ ਜੀ ਬਾਬਾ ਗੁਰਦਿੱਤਾ ਜੀ ਦੇ ਕਿਤੇ ਵੀ ਉਹਨਾਂ ਨੂੰ ਦਰਸ਼ਨ ਨਾ ਹੋਏ ਜੀ। ਹਾਂਜੀ ਬੂਝਤ ਵਿਚਰਤ ਜਹ ਕਹਿ ਜਾਏ। ਜਿਹੜੇ ਬਾਬਾ ਜੀ ਦੇ ਨਾਲ ਰਹਿੰਦੇ ਸਨ, ਜਿਹੜੇ ਬਾਬਾ ਜੀ ਦੇ ਨਾਲ ਰਹਿੰਦੇ ਸਨ, ਉਹ ਫਿਰ ਇਧਰ ਉਧਰ ਪੁੱਛਣ ਲੱਗ ਪਏ ਵੀ ਭਾਈ ਤੁਸੀਂ ਬਾਬਾ ਜੀ ਨੂੰ ਵੇਖਿਆ ਕਿਤੇ? ਬਾਬਾ ਜੀ ਦਿਸ ਨਹੀਂ ਰਹੇ ਸਾਨੂੰ। ਹਾਂਜੀ ਜਿਨਹੋਂ ਪਿਖੇ ਤਿੰਨ ਦੀਨ ਬਤਾਏ। ਤੇ ਜੇ ਤੁਸੀਂ ਵੇਖਿਆ ਤੇ ਸਾਨੂੰ ਦੱਸੋ। ਉਹਨਾਂ ਵਿੱਚੋਂ ਕਈਆਂ ਨੇ ਬਾਬਾ ਜੀ ਨੂੰ ਪਹਾੜ ਚੜ੍ਹਦੇ ਵੇਖਿਆ ਸੀਗਾ ਤਾਂ ਜੀ। ਹਾਂਜੀ ਉਹ ਸਿੱਖ ਬਾਬਾ ਜੀ ਦੇ ਨਾਲ ਦੇ ਸੇਵਕਾਂ ਨੂੰ ਇਹ ਗੱਲ ਦੱਸਣ ਲੱਗੇ। ਹਾਂਜੀ ਪੁਰ ਤੇ ਵਹਿਰ ਗਏ ਗਿਰ ਔਰ। ਹਾਂ ਅਸੀਂ ਦੇਖਿਆ ਸੀ ਬਾਬਾ ਜੀ ਨੂੰ। ਬਾਬਾ ਜੀ ਕੀਰਤਪੁਰ ਸਾਹਿਬ ਤੋਂ ਬਾਹਰ ਵਾਲੇ ਪਾਸੇ ਪਹਾੜ ਦੇ ਉੱਪਰ ਬਾਬਾ ਜੀ ਚੜ੍ਹ ਰਹੇ ਸਨ। ਹਾਂਜੀ ਏਕਾਕੀ ਸਭ ਸੰਗੀ ਸ਼ੋਰ। ਤੇ ਨਾਲ ਦੇ ਜਿਹੜੇ ਸਨ ਉਹ ਪੁੱਛਣ ਲੱਗੇ ਵੀ ਬਾਬਾ ਜੀ ਦੇ ਨਾਲ ਹੋਰ ਕੌਣ ਸਨ? ਤੇ ਫਿਰ ਦੱਸਣ ਵਾਲਿਆਂ ਦੱਸਿਆ ਵੀ ਹੋਰ ਕੋਈ ਬਾਬਾ ਜੀ ਦੇ ਨਾਲ ਨਹੀਂ ਸੀ, ਬਾਬਾ ਜੀ ਇਕੱਲੇ ਜਾ ਰਹੇ ਸਨ, ਕਿਸੇ ਨੂੰ ਨਾਲ ਨਹੀਂ ਲਿਆ ਸੀ ਬਾਬਾ ਜੀ ਨੇ। ਬਾਬਾ ਜੀ ਇਕੱਲੇ ਹੀ ਪਹਾੜੀ ਤੇ ਤੁਰੇ ਜਾ ਰਹੇ ਸਨ। ਉਹ ਤਾਂ ਬਾਬਾ ਜੀ ਦੇ ਨਾਲ ਹਰ ਵਕਤ 4-5 ਸਰੀਰ ਹੁੰਦੇ ਸੀਗੇ, ਸੇਵਾਦਾਰ ਹੁੰਦੇ ਸਨ, ਪਰ ਦੱਸਣ ਵਾਲਿਆਂ ਦੱਸਿਆ ਵੀ ਬਾਬਾ ਜੀ ਇਕੱਲੇ ਹੀ ਜਾ ਰਹੇ ਸਨ। ਹਾਂਜੀ ਸੁਨਤ ਦਾਸ ਹਿਤ ਸੇਵਾ ਧਾਏ। ਹਾਂਜੀ ਹਮਹੋ ਪ੍ਰਤੀਖਤ ਹਵੈ ਕਿਤ ਥਾਏ। ਜਿਹੜੇ ਤੇ ਬਾਬਾ ਜੀ ਦੇ ਸੇਵਕ ਸਨ, ਜਿਹੜੇ ਬਾਬਾ ਜੀ ਦੇ ਸੰਗੀ ਸਾਥੀ, ਬਾਬਾ ਜੀ ਦੇ ਹਜ਼ੂਰੀ ਵਿੱਚ ਰਹਿ ਕੇ ਬਾਬਾ ਜੀ ਦੀ ਸੇਵਾ ਕਰਨ ਵਾਲੇ, ਉਹ ਸੋਚਣ ਲੱਗੇ ਵੀ ਜੇ ਬਾਬਾ ਜੀ ਪਹਾੜ ਤੇ ਨੇ ਤੇ ਫਿਰ ਬਾਬਾ ਜੀ ਸਾਨੂੰ ਉਡੀਕ ਰਹੇ ਹੋਣਗੇ ਜੀ। ਉਹ ਤੇ ਛੇਤੀ ਦੇ ਨਾਲ ਭੱਜ ਭੱਜ ਕੇ ਪਹਾੜ ਉੱਤੇ ਚੜੇ ਜੀ। ਪਹਾੜ ਤੇ ਵੇਖੀਏ ਸਾਡੇ ਬਾਬਾ ਜੀ ਕਿੱਥੇ ਹਨ। ਹਾਂਜੀ ਉਤਹੂ ਗਏ ਸੋ ਬੂਝਤ ਦਾਸ। ਸੇਵਕ ਪੁੱਛਦੇ ਪੁੱਛਦੇ ਉਸ ਪਾਸੇ ਜਾ ਰਹੇ ਨੇ ਜਿਸ ਰਸਤੇ ਤੇ ਬਾਬਾ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਜਾ ਗਏ ਸਨ। ਹਾਂਜੀ ਚੜੇ ਉਤੰਗ ਥਾਨ ਤਿਸ ਪਾਸ। ਤੇ ਕਰਦਿਆਂ ਕਰਦਿਆਂ ਗੁਰਮੁਖੋ ਸੇਵਕ ਉਸ ਥਾਂ ਤੇ ਪਹੁੰਚ ਗਏ ਜਿੱਥੇ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਆਪਣਾ ਸਰੀਰ ਤਿਆਗਿਆ ਸੀਗਾ ਜੀ। ਹਾਂਜੀ
ਜਾਏ ਬਿਲੋਕੋ ਪੌੜਨ ਕਰੇ। ਉਹਨਾਂ ਵੇਖਿਆ ਵੀ ਬਾਬਾ ਜੀ ਇਸ ਤਰੀਕੇ ਨਾਲ ਧਰਤੀ ਤੇ ਲੰਮੇ ਪਏ ਨੇ। ਹਾਂਜੀ, ਕਹਾਂ ਕੀਨ ਅਮਨੀ ਪਰ ਪਰੇ। ਉਹਨਾਂ ਵਿਚਾਰ ਕੀਤੀ ਵੀ ਇੰਨੀ ਵੀ ਕੀ ਥਕਾਵਟ ਹੋ ਗਈ, ਬਾਬਾ ਜੀ ਥੱਲੇ ਆ ਕੇ ਵੀ ਆਰਾਮ ਕਰ ਸਕਦੇ ਸੀ, ਤੇ ਬਾਬਾ ਜੀ ਇਸ ਤਰੀਕੇ ਨਾਲ ਧਰਤੀ ਤੇ ਆਰਾਮ ਕਰਨ ਲੱਗ ਪਏ ਨੇ। ਸਦਨ ਪਰਿਅੰਕ ਸ਼ੋਰ ਕਰ ਆਏ। ਬਾਬਾ ਜੀ ਘਰ ਦੇ ਪਲੰਗ ਛੱਡ ਕੇ ਤੇ ਉੱਤੇ ਆ ਕੇ ਕਿਉਂ ਆਰਾਮ ਕਰ ਰਹੇ ਨੇ? ਸਾਰੇ ਦਾਸ ਸੇਵਕ ਹੁਣ ਡਰਦੇ ਆ ਬਾਬਾ ਜੀ ਨੂੰ ਹਿਲਾਉਣ ਨਾ ਜੀਓ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਜਿਹੜਾ ਸੇਵਕ ਹੁੰਦਾ ਨਾ ਜੀ, ਉਹ ਭੈ ਵਿੱਚ ਰਹਿੰਦਾ ਜੀ, ਭੈ ਵਿੱਚ ਜੀ। ਉਹ ਡਰਦੇ ਆ ਬਾਬਾ ਜੀ ਨੂੰ ਹਿਲਾਉਣ ਨਾ ਜੀ। ਹਾਂਜੀ, ਤੇ ਵਿਚਾਰ ਖਲੋਤੇ ਖਲੋਤੇ ਕਰੀ ਜਾਣ ਵੀ ਬਾਬਾ ਜੀ ਪਲੰਘੇ ਛੱਡ ਕੇ ਇੱਥੇ ਆ ਕੇ ਆਰਾਮ ਕਰਨ ਦੇ ਨੇ। ਹਾਂਜੀ, ਹਮ ਕਿਸਹੂ ਕੋ ਸੰਗ ਨਾ ਲਿਆਏ। ਤੇ ਨਾਲੇ ਬਾਬਾ ਜੀ ਸਾਨੂੰ ਵੀ ਨਹੀਂ ਨਾਲ ਲੈ ਕੇ ਆਏ, ਕੱਲੇ ਹੀ ਆ ਗਏ ਆਰਾਮ ਕਰਨ ਵਾਸਤੇ। ਹਾਂਜੀ, ਕਰ ਤੁਰੰਤਾ ਨਿਕਟ ਸੋ ਜਾਏ। ਛੇਤੀ ਦੇ ਨਾਲ ਉਹ ਜਿੰਨੇ ਸੇਵਕ ਸਨ ਜੀ, ਉਹ ਬਾਬਾ ਜੀ ਦੇ ਛੱਡੇ ਹੋਏ ਸਰੀਰ ਦੇ ਕੋਲ ਗਏ ਜੀ। ਹਾਂਜੀ, ਲੱਗੇ ਬਿਲੋਕਨ ਸਵਾਸ ਨਾ ਆਏ। ਤੇ ਬਾਬਾ ਜੀ ਦਾ ਸਰੀਰ ਵੇਖਣ ਲੱਗੇ। ਗੁਰਮੁਖੋ, ਜਿਨ੍ਹਾਂ ਨੂੰ ਪਿਆਰ ਹੁੰਦਾ ਉਹ ਬੜਾ ਹੀ ਪਿਆਰ ਕਰਦੇ ਜੀ। ਫਿਰ ਪਿਆਰ ਵਾਲਿਆਂ ਵਾਸਤੇ ਇਹੋ ਜਿਹੀਆਂ ਗੱਲਾਂ ਸਹਿਣੀਆਂ ਔਖੀਆਂ ਹੋ ਜਾਂਦੀਆਂ ਜੀ। ਹੁਣ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਜੀ, ਉਹ ਕੀ ਕਰਨ ਜੀ ਫਿਰ। ਹਾਂਜੀ, ਪਰ ਜਿਨ੍ਹਾਂ ਅੰਦਰ ਪਿਆਰ ਹੈ, ਜਿਨ੍ਹਾਂ ਦੇ ਹਿਰਦੇ ਪਿਆਰ ਨਾਲ ਭਰੇ, ਉਹਨਾਂ ਵਾਸਤੇ ਇਹ ਗੱਲਾਂ ਸਹਿਣੀਆਂ ਔਖੀਆਂ ਹੋ ਜਾਂਦੀਆਂ ਜੀ। ਹਾਂਜੀ, ਉਹਨਾਂ ਇੱਧਰ ਉੱਧਰ ਸਰੀਰ ਕਰਕੇ ਵੇਖਿਆ ਬਾਬਾ ਜੀ ਦਾ, ਤੇ ਵੇਖਿਆ ਵੀ ਬਾਬਾ ਜੀ ਦੇ ਸਰੀਰ ਵਿੱਚ ਸਵਾਸ ਨਹੀਂ ਚੱਲ ਰਹੇ ਜੀ। ਬਾਬਾ ਜੀ ਬੜੇ ਮਿੱਠੇ ਮਿੱਠੇ ਬੋਲ ਬੋਲਦੇ ਹੁੰਦੇ ਸੀਗੇ। ਹਾਂਜੀ, ਹਰ ਇੱਕ ਦਾ ਇੱਜ਼ਤ ਮਾਣ ਸਤਿਕਾਰ ਬਾਬਾ ਜੀ ਨੇ ਕਰਨਾ। ਪਰ ਜਦੋਂ ਉਹਨਾਂ ਸਰੀਰ ਹਿਲਾ ਕੇ ਵੇਖਿਆ, ਬਾਬਾ ਜੀ ਦੇ ਸਰੀਰ ਵਿੱਚ ਸਾਹ ਨਹੀਂ ਸੀ ਚੱਲ ਰਹੇ ਜੀ। ਹਾਂਜੀ, ਬਿਸਮੇ ਬਹਰੋ ਹਾਥ ਲਗਾਇਓ। ਤੇ ਬੜੇ ਗੁਰਮੁਖੋ ਹੈਰਾਨ ਹੋਏ ਸਿੱਖ ਜੀ। ਹਾਂਜੀ, ਬਾਬਾ ਜੀ ਦੇ ਹੱਥ ਨੂੰ ਹੱਥ ਲਾਇਆ ਜੀ। ਬਾਬਾ ਜੀ ਦੇ ਸਰੀਰ ਦੇ ਹੱਥ ਜਿਹੜੇ ਸਨ ਇੱਕਦਮ ਠੰਡੇ ਹੋ ਚੁੱਕੇ ਸੀਗੇ। ਗੱਜ ਕੇ ਆਖੋ ਵਾਹਿਗੁਰੂ। ਜਦੋਂ ਬੰਦਾ ਸਰੀਰ ਛੱਡਦਾ, ਉਹਦਾ ਜਿਹੜੇ ਹੱਥ ਪੈਰ ਉਹ ਠੰਡੇ ਹੋ ਜਾਂਦੇ ਜੀ ਇੱਕਦਮ। ਬਾਬਾ ਜੀ ਦੇ ਹੱਥ ਠੰਡੇ ਹੋ ਚੁੱਕੇ ਸਨ। ਹਾਂਜੀ, ਚਰਨ ਪਲੋਟਤ ਚਹਿਤ ਜਗਾਇਓ। ਤੇ ਸਿੱਖ ਜਿਹੜੇ ਸਨ ਸੇਵਕ, ਬਾਬਾ ਜੀ ਦੇ ਚਰਨਾਂ ਵਾਲੇ ਪਾਸੇ ਜਾ ਕੇ ਚਰਨ ਝੱਸਣ ਲੱਗ ਪਏ ਜੀ ਬਾਬਾ ਜੀ ਦੇ। ਵੀ ਹੋ ਸਕਦਾ ਕੋਈ ਜ਼ਿਆਦਾ ਥਕਾਵਟ ਹੋ ਗਈ ਹੋਵੇ ਜੀ, ਪਰ ਗੁਰਮੁਖੋ ਚਰਨ ਪਲੋਸ ਰਹੇ, ਬਾਬਾ ਜੀ ਨਹੀਂ ਹਿਲ ਰਹੇ ਜੀ। ਹਾਂਜੀ, ਨਿਸ਼ਚੈ ਭਈ ਜਬੈ ਉਰ ਮਾਹੀ। ਹਾਂਜੀ, ਧਾਏ ਆਏ ਇੱਕ ਸਤਿਗੁਰ ਪਾਹੀ। ਜਿੰਨੇ ਸੇਵਕ ਸਨ ਉਹਨਾਂ ਨੂੰ ਨਿਸ਼ਚਾ ਹੋ ਗਿਆ ਵੀ ਬਾਬਾ ਜੀ ਸਰੀਰ ਛੱਡ ਕੇ ਚਲੇ ਗਏ ਨੇ ਜੀ। ਹੁਣ ਬਾਬਾ ਜੀ ਦੇ ਅੰਦਰ ਸਵਾਸ ਨਹੀਂ ਚੱਲ ਰਹੇ। ਗੁਰਮੁਖੋ, ਸੇਵਕਾਂ ਬਾਬਾ ਜੀ ਦੇ ਸਰੀਰ ਅੱਗੇ ਬੜਾ ਹੀ ਬੈਰਾਗ ਕੀਤਾ, ਬੜਾ ਹੀ ਬੈਰਾਗ ਕੀਤਾ। ਬਾਬਾ ਜੀ, ਸਾਨੂੰ ਤੇ ਚਿੱਤ ਚੇਤਾ ਵੀ ਨਹੀਂ ਸੀ ਹੈਗਾ ਇਸ ਗੱਲ ਦਾ ਜੀ। ਇੰਨੀ ਛੇਤੀ ਤੁਸੀਂ ਸਰੀਰ ਤਿਆਗ ਦੇਣਾ, ਕਿਸੇ ਨਾਲ ਵੀ ਨਹੀਂ। ਗੁਰਮੁਖੋ, ਚੜ੍ਹਦੀ ਜਵਾਨੀ ਦੀ ਉਮਰ ਸੀ ਬਾਬਾ ਜੀ ਦੀ ਜੀ। ਜਵਾਨ ਸਰੀਰ ਸੀ ਬਾਬਾ ਜੀ, ਬਾਬਾ ਗੁਰਦਿੱਤਾ ਜੀ ਦਾ। ਹਾਂਜੀ, ਸਾਰੇ ਸੇਵਕ ਹੀ ਬੈਰਾਗ ਕਰਨ ਲੱਗ ਪਏ। ਇੱਕ ਸੇਵਕ ਤੇ ਦੌੜ ਕੇ ਉਸ ਥਾਂ ਤੇ ਆਇਆ ਜਿੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੁਭਾਈਮਾਨ ਸਨ। ਹਾਂਜੀ, ਉੱਚੀ ਕੂਕ ਨਿਕਟ ਹੋਏ ਮਾਰੀ। ਉਹਨੇ ਜਾ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨੇੜੇ ਜਾ ਕੇ ਬੇਨਤੀ ਕੀਤੀ ਜੀ। ਹਾਂਜੀ, ਨਿਕਸੀ ਨੈਣਨ ਤੇ ਜਲ ਧਾਰੀ। ਤੇ ਗੁਰਮੁਖੋ, ਉਸ ਸੇਵਕ ਦੇ ਅੱਖਾਂ ਵਿੱਚੋਂ ਜਲ ਵਹਿ ਰਿਹਾ ਸੀਗਾ ਜੀ। ਖਬਰ ਸੁਣਾਉਣੀ ਕੋਈ ਛੋਟੀ ਆਮ ਗੱਲ ਥੋੜੀ ਹੈਗੀ ਜੀ ਇਹ ਖਬਰ ਜੀ। ਉਹਦੇ ਨੇਤਰਾਂ ਚੋਂ ਜਲ ਵਹਿ ਰਿਹਾ ਸੀਗਾ ਵੀ ਮੈਂ ਕਿਸ ਮੁਖ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਦੱਸਾਂ ਵੀ ਬਾਬਾ ਜੀ ਸਰੀਰ ਤਿਆਗ ਗਏ ਨੇ। ਹਾਂਜੀ, ਬੂਝਨ ਕੀਨ ਕਹਾਂ ਤੁਝ ਭਇਓ। ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਸਿੱਖ ਨੂੰ ਪੁੱਛਣ ਲੱਗੇ ਵੀ ਕੀ ਗੱਲ, ਤੂੰ ਬੈਰਾਗ ਬੜਾ ਕਰ ਰਿਹਾ। ਹਾਂਜੀ, ਕਿਉਂ ਰੋਦਨ ਤੁਮ ਐਸੋ ਕੀਓ। ਔਰ ਉੱਚੀ ਉੱਚੀ ਰੋਣ ਲੱਗ ਪਿਆ ਤੂੰ, ਗੱਲ ਕੀ ਹੈ ਸਾਨੂੰ ਦੱਸ ਸਾਰੀ ਗੱਲ। ਹਾਂਜੀ, ਸੁਨ ਗੁਰ ਤੇ ਤਬ ਬੋਲਿਓ ਦਾਸ। ਤੇ ਉਹ ਦਾਸ ਫਿਰ ਸੱਚੇ ਪਾਤਸ਼ਾਹ ਅੱਗੇ ਹੱਥ ਜੋੜ ਕੇ
ਰੋਂਦਾ ਹੋਇਆ ਬੈਰਾਗ ਕਰਦਾ ਹੋਇਆ ਸੱਚੇ ਪਾਤਸ਼ਾਹ ਨੂੰ ਦੱਸਣ ਲੱਗਾ। ਪੁੱਤਰ ਆਪ ਕੋ ਬੜ ਗੁਣ ਰਾਸ। हे ਸੱਚੇ ਪਾਤਸ਼ਾਹ ਗਰੀਬ ਨਵਾਜ ਆਪ ਜੀ ਦੇ ਵੱਡੇ ਸਾਹਿਬਜ਼ਾਦੇ ਵੱਡੇ ਪੁੱਤਰ ਬਾਬਾ ਜੀ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਦੇ ਅੰਦਰ ਬਹੁਤ ਗੁਣਾਂ ਦੇ ਮਾਲਕ ਹਨ ਜੋ ਹਾਂਜੀ ਉੱਚੇ ਥਲ ਪਰ ਕੁਸ਼ਾ ਡਸਾਈ। ਹਾਂਜੀ ਪੌੜੇ ਪ੍ਰਾਨ ਨਹੀਂ ਵਿੱਚ ਪਾਈ। हे ਮਹਾਰਾਜ ਗਰੀਬ ਨਵਾਜ ਆਪ ਜੀ ਦੇ ਪੁੱਤਰ ਬਾਬਾ ਜੀ ਬਾਬਾ ਗੁਰਦਿੱਤਾ ਜੀ ਜੋ ਬੜੇ ਗੁਣਾਂ ਦੇ ਮਾਲਕ ਹਨ। ਬਾਬਾ ਜੀ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਜੀ ਕੀਰਤਪੁਰ ਸਾਹਿਬ ਤੋਂ ਇੱਕ ਪਾਸੇ ਉੱਚੀ ਪਹਾੜੀ ਤੇ ਜਾ ਕੇ ਉਹਨਾਂ ਸਰੀਰ ਛੱਡ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂ ਕੇ ਸਿੱਖ ਨੇ ਆ ਕੇ ਖਬਰ ਸੁਣਾਈ ਜੀ। ਹਾਂਜੀ ਸੁਨ ਕਰ ਸਭ ਤੇ ਅੰਤਰਜਾਮੀ। ਅੰਤਰਜਾਮੀ ਜੀ ਗੱਲ ਤੇ ਸਾਰੀ ਜਾਣਦੇ ਜੀ ਪਹਿਲਾਂ ਜੀ ਪਰ ਉਹਨਾਂ ਸਿੱਖਾਂ ਦੇ ਮੁਖੋਂ ਇਹ ਗੱਲ ਸੁਣੀ ਜੀ। ਹਾਂਜੀ ਉੱਠੇ ਤੁਰੰਤ ਸੇਵਕ ਅਨਗਾਮੀ। ਮਹਾਰਾਜ ਤੁਰੰਤ ਹੀ ਉੱਠੇ ਜੀ। ਸੇਵਕ ਨੂੰ ਆਖਿਆ ਸਾਰੇ ਸਿੱਖਾਂ ਨੂੰ ਇਹ ਦੱਸ ਦਿਓ ਵੀ ਸਾਡੇ ਪੁੱਤਰ ਜੀ ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਗਏ ਨੇ। ਹਾਂਜੀ ਚੱਲੋ ਕੌਣ ਥਲ ਮੈਂ ਮ੍ਰਿਤ ਹੋਏ। ਤੇ ਉਸ ਸੇਵਕ ਨੂੰ ਅੱਗੇ ਲਾ ਦਿੱਤਾ। ਮਹਾਰਾਜ ਕਹਿੰਦੇ ਚੱਲ ਭਾਈ ਸਾਡੇ ਨਾਲ ਚੱਲ ਅਸੀਂ ਮ੍ਰਿਤਕ ਸਰੀਰ ਦੇ ਦਰਸ਼ਨ ਕਰਨੇ ਨੇ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਪਰਿਵਾਰ ਵਿੱਚ ਸੁਖ ਸ਼ਾਂਤੀ ਵਰਤਦੀ ਰਹੇ ਪਰ ਜਦੋਂ ਇਸ ਤਰ੍ਹਾਂ ਦਾ ਸਮਾਂ ਹੁੰਦਾ ਜਦੋਂ ਜਾ ਕੇ ਬੰਦੇ ਨੇ ਮ੍ਰਿਤਕ ਸਰੀਰ ਦੇ ਦਰਸ਼ਨ ਕਰਨੇ ਹੁੰਦੇ ਬੜਾ ਦੁੱਖ ਹੁੰਦਾ ਜੀ ਉਸ ਸਮੇਂ ਜੀ। ਹਾਂਜੀ ਬਾਬਾ ਜੀ ਬਾਬਾ ਗੁਰਦਿੱਤਾ ਜੀ ਦੇ ਸਰੀਰ ਦੇ ਅਸੀਂ ਦਰਸ਼ਨ ਕਰਨੇ ਨੇ। ਹਾਂਜੀ ਏਮ ਸਤਿਗੁਰ ਗਮਨੇ ਸਭ ਜੋਏ। ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਉਸ ਸਿੱਖ ਨੂੰ ਅੱਗੇ ਲਾ ਕੇ ਸ਼ਾਮਾਂ ਦਾ ਸਮਾਂ ਜੀ ਮਹਾਰਾਜ ਗਰੀਬ ਨਵਾਜ ਜੀ ਉਸ ਪਹਾੜ ਵਾਲੇ ਪਾਸੇ ਤੁਰਨ ਲੱਗ ਪਏ। ਆਪ ਗੁਰੂ ਛੇਵੇਂ ਪਾਤਸ਼ਾਹ ਹਾਂਜੀ ਅੰਤਹ ਪੁਰ ਗੁਰ ਕੇ ਸੁਧ ਗਈ। ਹਾਂਜੀ ਸੁਨਤ ਬਾਤ ਸਗਲੀ ਰੁਦ ਨਈ। ਕੀਰਤਪੁਰ ਸਾਹਿਬ ਵਿੱਚ ਖਬਰ ਫੈਲ ਗਈ। ਕੀ ਖਬਰ ਫੈਲੀ? ਬਾਬਾ ਜੀ ਬਾਬਾ ਗੁਰਦਿੱਤਾ ਜੀ ਨੇ ਸਰੀਰ ਛੱਡ ਦਿੱਤਾ ਜੀ। ਹੁਣ ਸੁਣੋ ਕਿਸੇ ਨੂੰ ਚੇਤਾ ਹੀ ਨਹੀਂ ਸੀ ਹੈਗਾ ਜੀ ਇਸ ਗੱਲ ਦਾ ਜੀ ਵੀ ਬਾਬਾ ਜੀ ਨੇ ਸਰੀਰ ਤਿਆਗ ਦੇਣਾ ਜੀ। ਕੀਰਤਪੁਰ ਸਾਹਿਬ ਦੇ ਵਿੱਚ ਇੱਕ ਸਮੇਂ ਲਈ ਤੇ ਸन्नाटा ਹੀ ਛਾ ਗਿਆ ਜੀ। ਹਰ ਪਾਸੇ ਵੈਰਾਗ ਦੀ ਲਹਿਰ ਦੌੜ ਪਈ ਜੀ ਵੀ ਬਾਬਾ ਜੀ ਨੇ ਸਰੀਰ ਛੱਡ ਦਿੱਤਾ ਹੈ। ਹਾਂਜੀ ਪਰਿਓ ਰੌਰ ਕੀਰਤਪੁਰ ਮਾਹੀ। ਬਸ ਉਹ ਵੈਰਾਗ ਵਾਲੀ ਜਿਹੜੀਆਂ ਆਵਾਜ਼ਾਂ ਸਨ ਉਹ ਕੀਰਤਪੁਰ ਸਾਹਿਬ ਦੇ ਵਿੱਚ ਆਉਣ ਲੱਗ ਪਈਆਂ ਜੀ। ਹਾਂਜੀ ਸੁਨ ਸੁਨ ਸ਼ੋਕ ਵਧਿਓ ਲਗ ਨਾਹੀ। ਬਸ ਜਿਹਨੂੰ ਪਤਾ ਲੱਗ ਰਿਹਾ ਸੀ ਉਹਦਾ ਮਨ ਉਦਾਸ ਹੋ ਰਿਹਾ ਸੀਗਾ ਹੈ। ਇਸ ਤਰੀਕੇ ਨਾਲ ਸਰੀਰ ਛੱਡ ਦਿੱਤਾ। ਪਤਾ ਵੀ ਨਹੀਂ ਦੱਸਿਆ ਨਹੀਂ ਕਿਸੇ ਨੂੰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇੱਕਦਮ ਹੀ ਸਰੀਰ ਛੱਡ ਦਿੱਤਾ। ਜਿਹਨੂੰ ਪਤਾ ਲੱਗ ਰਿਹਾ ਸੀ ਬਸ ਉਹ ਉਦਾਸ ਹੋਈ ਜਾ ਰਿਹਾ ਸੀਗਾ। ਹਾਂਜੀ ਵਿਧੀ ਚੰਦ ਆਦਿਕ ਨਰ ਬ੍ਰਿੰਦ। ਹਾਂਜੀ ਸੰਗ ਲਏ ਸ਼੍ਰੀ ਹਰਗੋਬਿੰਦ। ਬਾਬਾ ਵਿਧੀ ਚੰਦ ਜੀ ਨੂੰ ਹੋਰ ਹਜੂਰੀ ਸਿੱਖਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਨਾਲ ਲਿਆ। ਗੁਰੂ ਹਰਗੋਬਿੰਦ ਸਾਹਿਬ ਉਹ ਪਹਾੜੀ ਚੜ੍ਹਨ ਦੀ ਤਿਆਰੀ ਕਰਨ ਲੱਗ ਪਏ ਜੀ। ਜਿਸ ਪਹਾੜੀ ਤੇ ਉੱਤੇ ਜਾ ਕੇ ਬਾਬਾ ਗੁਰਦਿੱਤਾ ਜੀ ਨੇ ਸਰੀਰ ਤਿਆਗਿਆ ਸੀ। ਹਾਂਜੀ ਉਤਲਾਵਤ ਪਹੁੰਚੇ ਤੇ ਸਥਾਨ। ਹਾਂਜੀ ਵੇਖਿਓ ਪੁੱਤਰ ਪੌੜਿਓ ਬਿਨ ਪ੍ਰਾਨ। ਤੇ ਉਤਲਾਵਤ ਦਾ ਅਰਥ ਹੁੰਦਾ ਛੇਤੀ ਛੇਤੀ ਜੀ। ਮਹਾਰਾਜ ਛੇਤੀ ਛੇਤੀ ਉੱਪਰ ਗਏ। ਬਾਬਾ ਵਿਧੀ ਚੰਦ ਜੀ ਗੁਰੂ ਜੀ ਦੇ ਨਾਲ ਕਈ 100 ਸਿੱਖ ਉੱਤੇ ਗਿਆ ਜੀ। ਫਿਰ ਕਈ 100 ਸਿੱਖ ਉੱਪਰ ਗਏ ਤੇ ਗੁਰੂ ਜੀ ਨੇ ਵੇਖਿਆ ਸਾਡੇ ਬੜੇ ਹੀ ਆਗਿਆਕਾਰੀ ਪੁੱਤਰ ਜਿਹੜੇ ਬੜੇ ਗੁਣਾਂ ਵਾਲੇ ਸਨ। ਬਾਬਾ ਜੀ ਬਾਬਾ ਗੁਰਦਿੱਤਾ ਜੀ ਦਾ ਸਰੀਰ ਬਾਬਾ ਜੀ ਨੇ ਆਪ ਤਿਆਗਿਆ ਹੋਇਆ ਸੀਗਾ ਜੀ। ਮ੍ਰਿਤਕ ਸਰੀਰ ਜਿਹਨੂੰ ਆਪਾਂ ਕਹਿ ਦਿੰਦੇ ਆ ਬਾਬਾ ਜੀ ਦਾ ਮ੍ਰਿਤਕ ਸਰੀਰ ਸੀ ਤੇ ਉਮਰ ਜਵਾਨੀ ਵਾਲੀ ਜੀ। ਹਾਂਜੀ ਨਰ ਅਪਰਨ ਸਮ ਸ਼ੋਕ ਉਪਾਇਓ। ਹਾਂਜੀ ਕਹੋ ਨੰਦਨ ਕਿਮ ਕਹਾਂ ਸਿਧਾਇਓ। ਹਾਂਜੀ ਸੁਭਟ ਸਿੱਖ ਹੈ ਸੰਗ ਜਿਤੇਕ। ਹਾਂਜੀ ਰੋਦਨ ਕਰਤ ਪ੍ਰਕਾਰ ਅਨੇਕ। ਹੋਰ ਜਿਹੜੇ ਨਾਲ ਸਿੱਖ ਸਨ ਬਾਬਾ ਜੀ ਬਾਬਾ ਵਿਧੀ ਚੰਦ ਜੀ ਬਾਬਾ ਵਿਧੀ ਚੰਦ ਜੀ ਬਾਬਾ ਗੁਰਦਿੱਤਾ ਜੀ ਦਾ ਬਹੁਤ ਸਤਿਕਾਰ ਕਰਦੇ ਹੁੰਦੇ ਸੀਗੇ ਜੀ। ਬਹੁਤ ਸਤਿਕਾਰ ਕਰਦੇ ਹੁੰਦੇ ਸੀਗੇ।
ਬਾਬਾ ਬਿਧੀ ਚੰਦ ਜੀ ਦੇ ਸਾਹਮਣੇ ਹੀ ਬਾਬਾ ਗੁਰਦਿੱਤਾ ਜੀ ਦਾ ਇੱਕ ਸਾਹਬ ਦਾ ਜਨਮ ਹੋਇਆ ਸੀਗਾ। ਹੱਥਾਂ ਵਿੱਚ ਰਹੇ ਜੀ ਬਾਬਾ ਗੁਰਦਿੱਤਾ ਜੀ। ਹਾਂਜੀ, ਬਾਬਾ ਜੀ ਦਾ ਵੀ ਬਹੁਤ ਪਿਆਰ ਸੀ। ਬਾਬਾ ਬਿਧੀ ਚੰਦ ਜੀ ਦੇ ਨੇਤਰਾਂ ਵਿੱਚ ਵੀ ਵੈਰਾਗ ਆ ਗਿਆ ਵੀ ਇਹ ਕੈਸਾ ਸਮਾਂ ਬਣ ਗਿਆ ਅੱਜ, ਇੱਕਦਮ ਹੀ ਸਰੀਰ ਛੱਡ ਦਿੱਤਾ। ਹਾਂਜੀ, ਤਰੁਨ ਬੈਸ ਮਹਿ ਕਾਲ ਨਾ ਕਾਲ। ਤੇ ਜਵਾਨੀ ਦਾ ਸਮਾਂ ਇੰਨੀ ਕਾਹਦੀ ਕਾਲੀ ਸੀਗੀ ਸਰੀਰ ਤਿਆਗਣ ਦੀ ਜੀ। ਬਸ ਉਹ ਹੁਕਮ ਹੋ ਚੁੱਕਾ ਸੀ ਵੀ ਜਾਂ ਤੁਸੀਂ ਰਹੋਗੇ ਜਾਂ ਹੀ ਰਵਾਂਗੇ ਜੀ। ਬਸ ਉਸ ਬਚਨ ਨੂੰ ਸੁਣ ਕੇ ਤੁਰੰਤ ਹੀ ਸਰੀਰ ਤਿਆਗ ਦਿੱਤਾ। ਹਰ ਕੋਈ ਸ਼ੋਕ ਵਿੱਚ ਆ ਗਿਆ, ਹਰ ਕੋਈ ਜੀ। ਜਿਹੜਾ ਸੁਣਦਾ ਗਿਆ ਵੀ ਬਾਬਾ ਜੀ ਨੇ ਸਰੀਰ ਤਿਆਗਿਆ ਔਰ ਅੰਦਰ ਬਲੁੰਦਰਿਆ ਗਿਆ ਜੀ ਇੱਕ ਵਾਰ। ਹਾਂਜੀ, ਰਾਵਰ ਕਹਾਂ ਗਏ ਕਰ ਖਿਆਲ। ਤੇ ਹਾਂਜੀ, ਸੁਨ ਕੀਰਤਪੁਰ ਕੇ ਨਰ ਨਾਰੀ। ਹਾਂਜੀ, ਧਾਏ ਪਹੁੰਚੇ ਕਾਜ ਪਿਸਾਰੀ। ਕੀਰਤਪੁਰ ਸਾਹਿਬ ਦੇ ਮਨੁੱਖ ਇਸਤਰੀਆਂ ਸਾਰਿਆਂ ਨੇ ਆਪਣੇ ਕੰਮਕਾਰ ਉੱਥੇ ਹੀ ਛੱਡ ਦਿੱਤੇ ਜੀ। ਜਿੱਥੇ ਜਿਹੜੇ ਕੰਮ ਸਨ ਉੱਥੇ ਹੀ ਛੱਡ ਦਿੱਤੇ ਤੇ ਛੇਤੀ ਛੇਤੀ ਸਾਰੇ ਪਹਾੜ ਉੱਤੇ ਚੜਨ ਲੱਗ ਪਏ ਜੀ। ਵੇਖੀਏ ਬਾਬਾ ਜੀ ਨੇ ਕਿੱਥੇ ਸਰੀਰ ਤਿਆਗਿਆ। ਬਾਬਾ ਜੀ ਦੇ ਛੱਡੇ ਹੋਏ ਸਰੀਰ ਦੇ ਦਰਸ਼ਨ ਕਰਨ ਵਾਸਤੇ ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਇੱਕ ਗੱਲ ਦਾ ਚੇਤਾ ਰੱਖਿਓ, ਆਮ ਬੰਦੇ ਨੂੰ ਤੇ ਜਿੰਦੇ ਜੀ ਨੂੰ ਕੋਈ ਨਮਸਕਾਰ ਨਹੀਂ ਚੇ ਕਰਦਾ। ਹਾਂਜੀ, ਜਿਹੜੇ ਸਤਿਗੁਰੂ ਦਾ ਭੈ ਰੱਖਦੇ, ਨਾਮ ਜਪਦੇ ਨੇ, ਉਹਨਾਂ ਦੇ ਛੱਡੇ ਹੋਏ ਸਰੀਰ ਨੂੰ ਨਮਸਕਾਰ ਕਰਨ ਵਾਲਿਆਂ ਦੀਆਂ ਲੈਣਾ ਲੱਗ ਜਾਂਦੀਆਂ ਜੀ। ਛੱਡੇ ਹੋਏ ਸਰੀਰ ਨੂੰ ਦਰਸ਼ਨ ਕਰਨ ਵਾਲਿਆਂ ਦੀਆਂ ਲੈਣਾ ਲੱਗ ਜਾਂਦੀਆਂ ਜੀ। ਹਾਂਜੀ, ਮੱਥੇ ਟੇਕਣ ਵਾਲਿਆਂ ਦੀਆਂ ਲਾਈਨਾਂ ਲੱਗ ਜਾਂਦੀਆਂ। ਹਾਂਜੀ, ਪਤਾ ਨਹੀਂ ਕਿੰਨੀ ਕੁ ਸੰਗਤ ਪਹਾੜ ਤੇ ਚੜਨ ਲੱਗ ਪਈ ਵੀ ਬਾਬਾ ਜੀ ਦੇ ਛੱਡੇ ਹੋਏ ਸਰੀਰ ਦੇ ਦਰਸ਼ਨ ਕਰੀਏ। ਹਾਂਜੀ, ਸਭ ਰੋਦਤ ਅਰ ਬੰਧਨ ਕਰੈ। ਗੁਰਮੁਖੋ ਸਾਰੇ ਹੀ ਬੈਰਾਗ ਕਰਦੇ ਸੀ। ਬਾਬਾ ਜੀ ਦੇ ਚਰਨਾਂ ਵਾਲੇ ਪਾਸੇ ਜਾ ਜਾ ਕੇ ਬਾਬਾ ਜੀ ਨੂੰ ਨਮਸਕਾਰਾਂ ਕਰ ਰਹੇ ਸਨ। ਤੁਸੀਂ ਵੀ ਦੋਵੇਂ ਹੱਥ ਜੋੜੋ ਤੇ ਬਾਬਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖੋ, ਧੰਨ ਬਾਬਾ ਗੁਰਦਿੱਤਾ ਸਾਹਿਬ ਜੀ। ਧੰਨ ਬਾਬਾ ਗੁਰਦਿੱਤਾ ਸਾਹਿਬ। ਧੰਨ ਬਾਬਾ ਗੁਰਦਿੱਤਾ ਸਾਹਿਬ ਜੀ। ਧੰਨ ਬਾਬਾ ਗੁਰਦਿੱਤਾ ਸਾਹਿਬ। ਧੰਨ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ। ਧੰਨ ਧੰਨ ਬਾਬਾ ਗੁਰਦਿੱਤਾ ਸਾਹਿਬ। ਸਭ ਸੰਗਤਾਂ ਨਾਲ ਨਾਲ ਬੈਰਾਗ ਕਰ ਰਹੀਆਂ ਸਨ ਤੇ ਨਾਲ ਨਾਲ ਬਾਬਾ ਜੀ ਨੂੰ ਧੰਨ ਧੰਨ ਕਹਿ ਰਹੀਆਂ ਸਨ, ਨਮਸਕਾਰਾਂ ਕਰ ਰਹੀਆਂ ਸਨ। ਹਾਂਜੀ, ਗੁਰ ਸਿਮਰ ਹੈ ਸ਼ੋਕ ਸੋ ਚਿਤ ਧਰੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰ ਰਹੀਆਂ ਸਨ ਸੰਗਤਾਂ। ਗੁਰੂ ਜੀ ਵੀ ਇੱਕ ਪਾਸੇ ਬਾਬਾ ਜੀ ਦੇ ਸੀਸ ਵਾਲੇ ਪਾਸੇ, ਇੱਕ ਪਾਸੇ ਸੱਜ ਕੇ ਬੈਠ ਗਏ ਜੀ। ਫਿਰ ਹਾਂਜੀ, ਆਏ ਨਾਨਕੀ ਅਰ ਮਰਵਾਹੀ। ਹੁਣ ਗੁਰੂ ਜੀ ਦੇ ਮਾਤਾ ਜੀ ਆ ਕੇ, ਹਾਂਜੀ, ਵੈਸੇ ਬਾਬਾ ਗੁਰਦਿੱਤਾ ਜੀ ਨੂੰ ਸੰਸਾਰ ਵਿੱਚ ਵੈਸੇ ਜੇ ਮੰਨਿਆ ਜਾਵੇ, ਜਿਨ੍ਹਾਂ ਨੂੰ ਆਪਾਂ ਅਸਲੀ ਮਾਤਾ ਕਹਿ ਲੈਂਦੇ, ਚਲੋ ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ ਬੜੇ ਪੂਜਨੀਕ ਨੇ, ਸਤਿਕਾਰਯੋਗ ਨੇ, ਪਰ ਬਾਬਾ ਗੁਰਦਿੱਤਾ ਜੀ ਨੇ ਮਾਤਾ ਦਮੋਦਰੀ ਜੀ ਦੀ ਕੁੱਖੋਂ ਅਵਤਾਰ ਧਾਰਨ ਕੀਤਾ। ਆਗਮਨ ਹੋਇਆ ਸੀ ਉਹਨਾਂ ਦਾ ਜੀ। ਮਾਤਾ ਦਮੋਦਰੀ ਜੀ ਤੇ ਪਹਿਲਾਂ ਹੀ ਸਰੀਰ ਤਿਆਗ ਚੁੱਕੇ ਸਨ ਜੀ। ਮਾਤਾ ਨਾਨਕੀ ਜੀ ਤੇ ਮਾਤਾ ਮਰਵਾਹੀ ਜੀ ਨੇ ਪਿਆਰ ਦੀ ਕੋਈ ਕਮੀ ਨਹੀਂ ਛੱਡੀ ਹੋਈ ਜੀ। ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ ਛੇਤੀ ਛੇਤੀ ਭੱਜ ਕੇ ਉਸ ਪਹਾੜ ਉੱਤੇ ਚੜੇ ਜੀ। ਹਾਂਜੀ, ਮੁਖ ਕੋ ਦੇਖ ਦੇਖ ਬਿਲ ਲਾਹੀ। ਤੇ ਬਾਬਾ ਜੀ ਦੇ ਮੁਖ ਵੱਲ ਵੇਖ ਕੇ, ਬਾਬਾ ਜੀ ਦੇ ਚਿਹਰੇ ਦਾ ਨੂਰ ਦੇਖ ਕੇ, ਛੱਡੇ ਹੋਏ ਸਰੀਰ ਉੱਤੇ ਹੀ ਬੜਾ ਨੂਰ ਸੀਗਾ ਜੀ ਬਾਬਾ ਜੀ ਦੇ। ਜਿਹੜਾ ਬਾਬਾ ਜੀ ਨੇ ਸਰੀਰ ਛੱਡ ਦਿੱਤਾ ਸੀ ਨਾ ਜੀ, ਉਸ ਛੱਡੇ ਹੋਏ ਚਿਹਰੇ ਉੱਤੇ ਬੜਾ ਹੀ ਨੂਰ ਸੀਗਾ ਜੀ, ਬੜਾ ਹੀ ਨੂਰ ਸੀ। ਬਾਬਾ ਜੀ ਦੇ ਚਿਹਰੇ ਵੱਲ ਵੇਖ ਕੇ ਮਾਤਾਵਾਂ ਨੇ ਬੈਰਾਗ ਕੀਤਾ ਜੀ ਉਸ ਸਮੇਂ ਜੀ। ਹਾਂਜੀ, ਆਹੋ ਪੁੱਤਰ ਜੋਦਾ ਸਭ ਲਾਇਕ। ਹਾਂਜੀ, ਗੁਰ ਸੁਤ ਜੇਸ਼ਟ ਗੁਣ ਸੁਖਦਾਇਕ। ਤੇ ਗੁਰਮੁਖੋ ਮਾਤਾਵਾਂ ਜੀ ਗੁਣਾਂ ਦਾ ਵਿਚਾਰ ਕਰਨ ਦੇ ਵੀ ਸਾਡੇ ਪੁੱਤਰ ਜੀ ਤੇ ਬੜੇ ਵੱਡੇ ਯੋਧੇ ਸਨ ਜੀ। ਤੁਸੀਂ ਸੁਣਿਆ ਉਸਮਾਨ ਖਾਨ ਦੇ ਮੱਥੇ 'ਚ ਤੀਰ ਮਾਰ ਕੇ ਬਾਬਾ ਜੀ ਨੇ ਮਾਰ ਦਿੱਤਾ ਸੀ ਉਹਨੂੰ ਜੀ। ਹਾਂਜੀ, ਮਾਤਾਵਾਂ ਗੁਣ ਯਾਦ ਕਰ ਰਹੀਆਂ ਹਨ। ਹਾਂਜੀ, ਬਦਨ ਪ੍ਰਸੰਨ ਸਦੀਵ ਬਿਲੋਕੈ। ਤੇ ਬਾਬਾ ਜੀ ਸਦਾ ਹੀ, ਬਾਬਾ ਜੀ ਦਾ ਚਿਹਰਾ ਖਿੜਿਆ ਰਹਿੰਦਾ ਹੁੰਦਾ ਸੀਗਾ। ਬਾਬਾ ਜੀ ਨੇ ਹਮੇਸ਼ਾ ਹੀ ਪ੍ਰਸੰਨ ਰਹਿਣਾ। ਜਿਹੜੀ ਆਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰ ਦੇਣੀ, ਉਸ ਆਗਿਆ ਵਿੱਚ ਬਾਬਾ ਜੀ ਨੇ ਰਾਜੀ ਰਹਿਣਾ ਜੀ। ਸਤ ਬਚਨ ਕਰ ਦੇਣਾ। ਸਰੀਰ ਵੀ ਇੱਕ ਕਿਸਮ ਦਾ ਆਗਿਆ ਵਿੱਚ ਹੀ ਤਿਆਗਿਆ ਜੀ ਉਹਨਾਂ। ਹਾਂਜੀ, ਜਿਹੜੀ ਆਗਿਆ ਕਰਨੀ ਸਤ ਬਚਨ ਕਰ ਦੇਣਾ ਜੀ ਬਾਬਾ ਜੀ ਨੇ। ਤੇ ਮਾਤਾਵਾਂ ਬਚਨ ਕਰ ਰਹੀਆਂ ਹਨ। ਬਾਬਾ ਜੀ ਦਾ ਚਿਹਰਾ ਸਦਾ ਹੀ ਖਿੜਿਆ ਰਹਿੰਦਾ ਸੀ।
ਅੱਜ ਬਾਬਾ ਜੀ ਨੇ ਸਰੀਰ ਤਿਆਗਿਆ ਤਾਂ ਵੀ ਬਾਬਾ ਜੀ ਦਾ ਚਿਹਰਾ ਐ ਖਿੜਿਆ ਹੋਇਆ ਸੀ। ਹਾਂਜੀ, ਕਾਰਨ ਕਵਨ ਗਵਨ ਪਰ ਲੋਕੈ। ਹੁਣ ਅੰਦਰ ਦੇ ਕਾਰਨ ਦਾ ਬਹੁਤਿਆਂ ਨੂੰ ਪਤਾ ਨਹੀਂ ਸੀ ਵੀ ਬਾਬਾ ਜੀ ਨੇ ਕਿਉਂ ਸਰੀਰ ਤਿਆਗਿਆ ਜੀ। ਅੰਦਰ ਦੇ ਕਾਰਨਾਂ ਦਾ ਤਾਂ ਕਿਸੇ ਨੂੰ ਨਹੀਂ ਸੀ ਪਤਾ। ਹਾਂਜੀ, ਸ਼੍ਰੀ ਹਰਿ ਰਾਏ ਪਿਤਾ ਕੋ ਦੇਖ। ਹਾਂਜੀ, ਅਰ ਰੋਦਤ ਪਰਵਾਰ ਵਿਸ਼ੇਖ। ਤੇ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਉਮਰ ਉਰੋਂ ਬਾਲਕਾਂ ਵਾਲੀ ਸੀਗੀ ਜੀ। ਹਾਂਜੀ, ਉਹਨਾਂ ਵੇਖਿਆ ਮਾਤਾ ਜੀ ਕੋਲ ਨਹੀਂ ਹੈਗੇ, ਉਹ ਤਾਂ ਤੀਰ ਮਲ ਜੀ ਦੇ ਨਾਲ ਹੀ ਉੱਥੇ ਰਹਿ ਗਏ ਜੀ। ਹਾਂਜੀ, ਤੇ ਬਾਬਾ ਪਿਤਾ ਜੀ ਸਨ ਕੋਲ ਜੀ, ਤੇ ਵੇਖਿਆ ਵੀ ਸਾਰੇ ਸਾਡੇ ਪਿਤਾ ਜੀ ਨੂੰ ਵੇਖ ਵੇਖ ਕੇ ਬੈਰਾਗ ਕਰਨ ਦੇ ਜੀ, ਤੇ ਸਾਡੇ ਪਿਤਾ ਜੀ ਉੱਠ ਨਹੀਂ ਰਹੇ। ਹਾਂਜੀ, ਅਲਪ ਬੈਸ ਮਹਿ ਮੁਖ ਮੁਰਝਾਇਓ। ਛੋਟੀ ਉਮਰ ਹੈ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ। ਗੁਰੂ ਹਰਿਰਾਏ ਸਾਹਿਬ ਜੀ ਦਾ ਮੁਖ ਮੁਰਝਾ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰਮੁਖੋ ਮਾਹੌਲ ਦਾ ਬੜਾ ਅਸਰ ਪੈਂਦਾ ਜੀ ਬੰਦੇ ਉੱਤੇ ਜੀ। ਜੈਸਾ ਮਾਹੌਲ ਚੱਲ ਰਿਹਾ ਹੋਵੇ ਵੈਸਾ ਅਸਰ ਤੇ ਪੈ ਹੀ ਜਾਂਦਾ। ਕੋਈ ਕਠੋਰ ਦਿਲ ਹੋਏਗਾ ਜਿਹਦੇ ਉੱਤੇ ਅਸਰ ਨਹੀਂ ਪਏਗਾ ਜੀ, ਨਹੀਂ ਤੇ ਬੱਚਿਆਂ ਉੱਤੇ ਵੀ ਅਸਰ ਪੈ ਜਾਂਦਾ ਜੀ। ਹਾਂਜੀ, ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਉਮਰ ਜਿਹੜੀ ਸੀ ਉਹ ਬਾਲਕਾਂ ਵਾਲੀ ਸੀਗੀ ਜੀ, ਪਰ ਮੁਖ ਮੁਰਝਾ ਗਿਆ ਜੀ। ਹਾਂਜੀ, ਕਹੈ ਬਦਨ ਕੁਛ ਬਾਕ ਨਾ ਆਇਓ। ਉਹ ਵੀ ਵੇਖਦੇ ਨੇ ਸਾਰਿਆਂ ਨੂੰ ਮੁਰਝਾਇਆ ਹੋਇਆ ਚਿਹਰਾ ਇੱਕ ਪਾਸੇ ਬੈਠੇ ਨੇ। ਹਾਂਜੀ, ਹਿਤ ਸੰਸਕਾਰਨ ਸੌਜ ਮੰਗਾਈ। ਹਾਂਜੀ, ਚੰਦਨ ਭਾਰ ਲਿਆਏ ਸਮਦਾਈ। ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਹਰਿਰਾਏ ਸਾਹਿਬ ਜੀ ਬਾਬਾ ਬਿਧੀ ਚੰਦ ਜੀ ਨੂੰ ਕਹਿਣ ਲੱਗੇ, ਬਿਧੀ ਚੰਦ ਜੀ ਸਾਡੇ ਪੁੱਤਰ ਦਾ ਸੰਸਕਾਰ ਕਰਨਾ। ਕਹਿਣ ਲੱਗੇ ਚੰਦਨ ਦੀਆਂ ਲੱਕੜਾਂ ਲੈ ਕੇ ਆਓ। ਚੰਦਨ ਦੀਆਂ ਲੱਕੜਾਂ, ਕੀਮਤੀ ਲੱਕੜਾਂ ਜੀ। ਹਾਂਜੀ, ਚੰਦਨ ਦੀਆਂ ਲੱਕੜਾਂ ਲੈ ਕੇ ਆਓ। ਚੰਦਨ ਦੀਆਂ ਲੱਕੜਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਮੰਗਵਾਈਆਂ ਜੀ, ਆਪ। ਹਾਂਜੀ, ਸ਼ਰੀ ਖਰੀ ਗੁਰ ਖਰੀ ਨਿਹਾਰੀ। ਤੇ ਮਹਾਰਾਜ ਜੀ ਨੇ ਵੇਖਿਆ ਬਾਬਾ ਜੀ ਜਿੱਥੇ ਸਰੀਰ ਤਿਆਗਿਆ ਸੀ ਨਾ ਬਾਬਾ ਜੀ ਨੇ ਉੱਥੇ ਲਾਗੇ ਹੀ ਸੋਟੀ ਗੱਡ ਦਿੱਤੀ ਸੀਗੀ ਜੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੇਖਿਆ ਵੀ ਬਾਬਾ ਗੁਰਦਿੱਤਾ ਜੀ ਨੇ ਆਪ ਆਪਣੇ ਹੱਥੀਂ ਇਹ ਸੋਟੀ ਗੱਡੀ ਹੋਈ ਹੈ। ਹਾਂਜੀ, ਰਹਿਣ ਦੇਹੋ ਇਹ ਤਰ ਹੋਏ ਭਾਰੀ। ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਸਿੱਖ ਉਸ ਛੜੀ ਨੂੰ ਪੁੱਟਣ ਲੱਗੇ ਸੀਗੇ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਖਾਂ ਨੂੰ ਕਹਿਣ ਲੱਗੇ, ਸਿੱਖੋ ਇਹ ਗੁਰਦਿੱਤਾ ਜੀ ਨੇ ਆਪ ਛੜੀ ਲਾਈ, ਇਹਨੂੰ ਛੇੜਨਾ ਨਹੀਂ ਕਿਸੇ ਨੇ। ਕਹਿਣ ਲੱਗੇ ਇਸ ਛੜੀ ਨੂੰ ਛੇੜਦਾ ਨਹੀਂ ਹੈ, ਆਉਣ ਵਾਲੇ ਸਮੇਂ ਵਿੱਚ ਬੜਾ ਵੱਡਾ ਰੁੱਖ ਬਣ ਜਾਏਗਾ ਇਹ ਜੀ। ਅੱਜ ਵੀ ਉਹ ਰੁੱਖ ਹੈਗਾ ਜੀ, ਅੱਜ ਵੀ ਹੈਗਾ ਜੀ। ਹਾਂਜੀ, ਅਸੀਂ ਵੀ ਗਏ, ਸਾਨੂੰ ਵੀ ਇੰਨੀਆਂ ਗੱਲਾਂ ਦਾ ਪਤਾ ਨਹੀਂ ਸੀਗਾ ਜਦੋਂ ਬਾਬਾ ਜੀ ਦੇ ਸਥਾਨ ਦੇ ਦਰਸ਼ਨ ਕੀਤੇ ਸੀਗੇ ਜੀ, ਵੀ ਇਹ ਉਹ ਰੁੱਖ ਕਾਹਦਾ ਹੈਗਾ, ਕਿਉਂ ਹੈਗਾ ਜੀ। ਹਾਂਜੀ, ਮਹਾਰਾਜ ਨੇ ਕਿਹਾ ਸੀ ਇਹ ਰੁੱਖ ਇੱਥੇ ਬਣੇਗਾ ਬੜਾ ਵੱਡਾ ਤੇ ਸਦਾ ਹੀ ਰਹੇਗਾ ਰੁੱਖ। ਹਾਂਜੀ, ਕਹਿ ਕਰ ਚੰਦਨ ਚਿਖ ਬਨਵਾਏ। ਹਾਂਜੀ, ਕਿਰਿਆ ਹੇਤ ਥਿਰ ਸ਼੍ਰੀ ਹਰਿ ਰਾਏ। ਗੁਰਮੁਖੋ ਵੇਖੋ ਗੁਰੂ ਹਰਿਰਾਏ ਸਾਹਿਬ ਜੀ ਦਾ ਜੀਵਨ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇੱਕ ਬੰਨੇ ਦਾਦਾ ਸਤਿਗੁਰੂ ਜੀ, ਇੱਕ ਬੰਨੇ ਉਹ ਆਪ ਨੇ ਜੀ। ਮਹਾਰਾਜ ਸਿੱਖਾਂ ਨੂੰ ਕਹਿਣ ਲੱਗੇ ਚਿਖਾ ਤਿਆਰ ਕਰੋ। ਚਿਖਾ ਤਿਆਰ ਹੋਣ ਲੱਗ ਪਏ। ਗੁਰੂ ਹਰਿਰਾਏ ਸਾਹਿਬ ਨੂੰ ਉਸ ਦਿਨ ਤੋਂ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਕੋਲ ਰੱਖ ਲਿਆ ਸੀਗਾ ਜੀ। ਇਹ ਹੁਣ ਸਾਡੇ ਕੋਲ ਹੀ ਰਹਿਣਗੇ। ਪਤਾ ਸੀਗਾ ਆਉਣ ਵਾਲੇ ਸਮੇਂ ਦੇ ਗੁਰੂ ਨੇ ਦੀਏ ਜੀ, ਪਤਾ ਸੀਗਾ ਸਾਰੀਆਂ ਗੱਲਾਂ ਦਾ। ਸਾਰੀ ਕਿਰਿਆ ਕਰਾਉਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਹਰਿਰਾਏ ਸਾਹਿਬ ਨੂੰ ਆਪਣੇ ਨੇੜੇ ਰੱਖਿਆ ਜੀ। ਹਾਂਜੀ, ਦੇਖਤ ਕਹੈ ਇਸ਼ਨਾਨ ਕਰਵਾਏਵ। ਤੇ ਦੇਖਤ ਕਹੈ ਇਸ਼ਨਾਨ ਕਰਵਾਏਵ, ਵੇਖਦਿਆਂ ਕਹਿ ਕੇ ਇਸ਼ਨਾਨ ਕਰਵਾਇਆ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਹੱਥੋਂ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਕਈ ਕਹਿਣਗੇ ਤੁਸੀਂ ਹੁਣੇ ਗੁਰੂ ਸ਼ਬਦ ਕਹਿਣ ਲੱਗ ਪਏ। ਗੁਰਮੁਖੋ ਧੁਰਾਂ ਹੀ ਗੁਰੂ ਨੇ ਜੀ। ਹਾਂਜੀ, ਛੋਟੀ ਜਿਹੀ ਉਮਰ ਵਿੱਚ ਗੁਰਤਾ ਗੱਦੀ ਤੇ ਸੱਜੇ ਸਨ ਗੁਰੂ ਹਰਿਰਾਏ ਸਾਹਿਬ। ਅਜੇ ਵੀ ਬਾਲਕਾਂ ਵਾਲੀ ਉਮਰ ਹੈ। ਮਹਾਰਾਜ ਆਪ ਨਾਲ ਲੱਗੇ, ਬਾਬਾ ਬਿਧੀ ਚੰਦ ਜੀ ਲੱਗੇ, ਗੁਰੂ ਹਰਿਰਾਏ ਸਾਹਿਬ ਮਹਾਰਾਜ ਲੱਗੇ। ਮੈਂ ਤੇ ਗੁਰੂ ਹੀ ਆਖਾਂਗਾ ਜੀ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨਾਲ ਲੱਗੇ ਤੇ ਵਿੱਚ ਆਪ ਛੱਡੇ ਹੋਏ ਸਰੀਰ ਦਾ ਇਸ਼ਨਾਨ ਕਰਵਾਇਆ ਜੀ। ਆਪਾਂ ਕਈ ਲੋਕਾਂ ਨੇ ਘਰਾਂ ਵਿੱਚ ਐਸੇ ਸਬੱਬ ਜਦੋਂ ਵਰਤਦੇ ਸਾਰੀ ਕਿਰਿਆ ਹੁੰਦੀ ਹੈ ਜੀ। ਹਾਂਜੀ,
ਜਵਾਨ ਸਰੀਰ ਹੈ ਬਾਬਾ ਜੀ ਦਾ, ਸਰੀਰ ਦਾ ਇਸ਼ਨਾਨ ਕਰਵਾਇਆ ਆਪ ਜੀ। ਹਾਂਜੀ, ਨਏ ਬਸਤਰ ਤਨ ਮੈਂ ਪਹਿਰਾਏਵ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਜੀ ਨੂੰ ਕਹਿ ਕੇ ਨਵੇਂ ਬਸਤਰ ਤਿਆਰ ਕਰਵਾਏ ਸਨ ਜੀ, ਨਵੇਂ ਬਸਤਰ। ਹਾਂਜੀ, ਉਹ ਨਵੇਂ ਬਸਤਰ ਬਾਬਾ ਜੀ ਦੇ ਸਰੀਰ ਉੱਤੇ ਪਹਿਨਾਏ ਗਏ। ਹਾਂਜੀ, ਬਾਹਰ ਚਿਖਾ ਪਰ ਦੇਹ ਧਰਾਈ। ਤੇ ਬਾਅਦ ਵਿੱਚ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਰੀਰ ਪਕੜਿਆ। ਇੱਕ ਪਾਸੇ ਬਾਬਾ ਗੁਰਦਿੱਤਾ ਜੀ ਨੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੀ ਉਸ ਸਮੇਂ ਮੌਜੂਦ ਸਨ ਜੀ। ਹਾਂਜੀ, ਹੋਰ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਭਰਾ ਸਨ ਜੀ। ਸਾਰਿਆਂ ਨੇ ਸਰੀਰ ਪਕੜਿਆ ਤੇ ਬਾਬਾ ਜੀ ਦਾ ਸਰੀਰ ਚਿਖਾ ਉੱਤੇ ਸਜਾਇਆ ਜੀ, ਲੱਕੜਾਂ ਦੇ ਉੱਤੇ ਸਜਾਇਆ। ਵੇਖੋ ਸਵੇਰ ਦੀਆਂ ਗੱਲਾਂ ਸਨ, ਬਾਬਾ ਜੀ ਕਿਵੇਂ ਇਹਨਾਂ ਪਹਾੜੀਆਂ ਉੱਤੇ ਸ਼ਿਕਾਰ ਕਰਨ ਗਏ ਸਨ ਜੀ। ਹਾਂਜੀ, ਕਿੰਨੇ ਨਾਲ ਸਿੱਖ ਸੇਵਕ ਸਨ ਜੀ, ਪਰ ਇੱਕਦਮ ਹੀ ਸਮਾਂ ਬਦਲ ਗਿਆ ਜੀ। ਸਮੇਂ ਦਾ ਕੋਈ ਪਤਾ ਨਹੀਂ ਹੈਗਾ ਗੁਰਮੁਖੋ, ਇੱਕਦਮ ਸਮਾਂ ਕਿਹੋ ਜਿਹਾ ਹੋ ਜਾਣਾ ਜੀ। ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ ਜੀ। ਬਾਬਾ ਜੀ ਦਾ ਸਰੀਰ ਚੁੱਕ ਕੇ ਉਠਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਹਾਂਜੀ ਬਾਬਾ ਅਣੀ ਰਾਏ ਜੀ ਨੇ, ਬਾਬਾ ਸੂਰਜਮਲ ਜੀ ਨੇ ਆਪ ਉਸ ਚਿਖਾ ਉੱਤੇ ਸਜਾਇਆ ਜੀ। ਹਾਂਜੀ, ਪਾਵਕ ਸ਼੍ਰੀ ਹਰ ਰਾਏ ਲਗਾਈ। ਤੇ ਗੱਜ ਕੇ ਆਖੋ ਵਾਹਿਗੁਰੂ। ਤੇ ਹੁਣ ਇੱਕ ਵਾਰੀ ਨਾ ਜੀ ਪ੍ਰੇਮ ਨਾਲ ਆਖੋ, ਥੋੜਾ ਜਿਹਾ ਉੱਚੀ ਮੈਨੂੰ ਵੀ ਆਵਾਜ਼ ਆਵੇ। ਗੱਜ ਕੇ ਆਖੋ ਧੰਨ ਬਾਬਾ ਗੁਰਦਿੱਤਾ ਜੀ, ਧੰਨ ਬਾਬਾ ਗੁਰਦਿੱਤਾ ਜੀ। ਤੇ ਨਾਲ ਆਖੋ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ। ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ। ਗੁਰਮੁਖੋ, ਬਾਬਾ ਜੀ ਦੇ ਸਰੀਰ ਦੇ ਉੱਤੇ ਲੱਕੜਾਂ ਵੀ ਸਜਾ ਦਿੱਤੀਆਂ ਜੀ, ਲੱਕੜਾਂ ਉੱਤੇ ਸਰੀਰ ਰੱਖਿਆ ਜੀ। ਹਾਂਜੀ, ਬਾਅਦ ਚੋਂ ਬਾਬਾ ਜੀ ਦੇ ਸਰੀਰ ਉੱਤੇ ਲੱਕੜਾਂ ਸਜਾਈਆਂ ਜੀ, ਸਰੀਰ ਦੇ ਉਤਲੇ ਪਾਸੇ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਆਵਾਜ਼ ਮਾਰੀ ਗੁਰੂ ਹਰ ਰਾਏ ਸਾਹਿਬ ਨੂੰ, ਹਰ ਰਾਏ ਜੀ ਸਾਡੇ ਪਾਸ ਆਓ। ਹਰ ਰਾਏ ਜੀ ਪਾਸ ਆਏ ਸਤਿਗੁਰੂ ਜੀ। ਦੋਵੇਂ ਹੀ ਗੁਰੂ ਜੀ, ਵੇਖੋ ਕਮਾਲ ਦੀ ਗੱਲ ਜੀ। ਹਾਂਜੀ, ਇੱਕ ਵਕਤ ਦੇ ਗੁਰੂ ਨੇ, ਇੱਕ ਜੀ ਆਉਣ ਵਾਲੇ ਸਮੇਂ ਦੇ ਨੇ ਜੀ। ਹਾਂਜੀ, ਜਿਨ੍ਹਾਂ ਆਉਣ ਵਾਲੇ ਸਮੇਂ 'ਚ ਗੱਦੀ ਤੇ ਬੈਠਣਾ ਜੀ। ਗੁਰੂ ਹਰਗੋਬਿੰਦ ਸਾਹਿਬ ਨਾਲ ਪਰਿਕਰਮਾ ਕਰਨ ਜੀ। ਤੇ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਆਪ ਫਿਰ ਚਰਨਾਂ ਵਾਲੇ ਪਾਸੇ ਅਗਨ ਲਗਾਈ ਜੀ ਬਾਬਾ ਜੀ ਦੇ ਸਰੀਰ ਨੂੰ। ਹਾਂਜੀ, ਜਿਨ੍ਹਾਂ ਇਹੋ ਜਿਹੇ ਦ੍ਰਿਸ਼ ਵੇਖੇ ਉਹਨਾਂ ਦੇ ਸਾਹਮਣੇ ਇੱਕਦਮ ਹੀ ਇਹੋ ਜਿਹਾ ਦ੍ਰਿਸ਼ ਆ ਜਾਂਦਾ ਜੀ, ਇੱਕਦਮ ਹੀ ਜੀ। ਆਪ ਚਰਨਾਂ ਵਾਲੇ ਪਾਸੇ ਬਾਬਾ ਜੀ ਦੇ ਸਰੀਰ ਨੂੰ ਅਗਨੀ ਲਗਾਈ ਜੀ। ਹਾਂਜੀ, ਵਿਦ ਸਮੇਤ ਸੰਸਕਾਰਨ ਕੀਨੇ। ਵਿਧੀਆਂ ਸਮੇਤ ਸੰਸਕਾਰ ਕੀਤਾ। ਸ੍ਰੀ ਜਪਜੀ ਸਾਹਿਬ ਜੀ ਦੀ ਪਹਿਲਾਂ ਬਾਣੀ ਪੜ੍ਹੀ ਗਈ, ਸੋਹਿਲਾ ਸਾਹਿਬ ਜੀ ਦੀ ਬਾਣੀ ਪੜ੍ਹੀ ਗਈ, ਬੜੀ ਵਿਧੀ ਨਾਲ ਧੰਨ ਬਾਬਾ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਸੰਸਕਾਰ ਕੀਤਾ ਜੀ। ਇਹ ਸੰਸਕਾਰ ਦੀ ਕਿਰਿਆ ਵੀ ਅਜੀਬ ਗਰੀਬ ਹੀ ਹੈ। ਜਿਹੜਾ ਸਰੀਰ ਪਹਿਲਾਂ ਬੰਦੇ ਨੂੰ ਵੇਖਦਾ ਹੁੰਦਾ ਜੀ, ਚਲੋ ਤਿਆਗਿਆ ਸਰੀਰ ਇੱਕ ਪਾਸੇ, ਕੁਝ ਸਮਾਂ ਪਹਿਲਾਂ ਉਹ ਸਰੀਰ ਵੇਖ ਰਿਹਾ ਸੀ, ਸੰਸਕਾਰ ਹੋ ਗਿਆ ਜੀ। ਹੁਣ ਲੱਖ ਯਤਨ ਕਰੋ ਉਹ ਸਰੀਰ ਨਹੀਂ ਨਜ਼ਰ ਆਏਗਾ ਜੀ ਤੁਹਾਨੂੰ। ਹਾਂਜੀ, ਲੱਖ ਯਤਨ ਕਰੋ ਉਹ ਸਰੀਰ ਨਹੀਂ ਬਾਅਦ ਚੋਂ ਨਜ਼ਰ ਆਉਂਦਾ ਜੀ। ਬਾਬਾ ਜੀ ਦੇ ਸਰੀਰ ਨੂੰ ਅਗਨੀ ਲਗਾਈ ਗਈ ਜੀ। ਹਾਂਜੀ, ਸਭਨ ਬਿਲੋਚਨ ਜਲ ਭਰ ਲੀਨੇ। ਸਾਰਿਆਂ ਦੇ ਨੇਤਰ ਸੱਜਲ ਸਨ ਜੀ, ਸਾਰਿਆਂ ਦੇ ਨੇਤਰਾਂ ਵਿੱਚ ਜਲ ਸੀਗਾ। ਇੱਕਦਮ ਹੀ ਬਾਬਾ ਜੀ ਨੇ ਇਸ ਤਰੀਕੇ ਨਾਲ ਸਰੀਰ ਸਿਆਗਿਆ। ਹਾਂਜੀ, ਆਖੋ ਸਾਰੇ, ਜੋਤੀ ਜੋਤ ਰਲੀ, ਜੋਤ ਰਲੀ, ਜੋਤੀ 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 ਜੋਤ ਰਲੀ। ਪਹਿਲਾਂ ਤੇ ਬਾਬਾ ਜੀ ਦੇ ਸਰੀਰ ਦੇ ਵੀ ਦਰਸ਼ਨ ਹੋ ਰਹੇ ਸਨ, ਫਿਰ ਇੱਕਦਮ ਸਰੀਰ ਵੀ ਅਗਨ ਭੇਟ ਹੋ ਗਿਆ ਜੀ। ਹਾਂਜੀ, ਵਿਦ ਸਮੇਤ ਸੰਸਕਾਰਨ ਕੀਨੇ, ਸਭ ਬਿਲੋਚਨ ਜਲ ਭਰ ਲੀਨੇ। ਹਾਂਜੀ, ਕਹਿ ਕਰ ਬਹੁ ਕਰਹਾ ਬਨਵਾਇਓ। ਮਹਾਰਾਜ ਉੱਥੇ ਹੀ ਬੈਠ ਗਏ ਜੀ, ਜਿੱਥੇ ਬਾਬਾ ਜੀ ਦੇ ਸਰੀਰ ਦਾ ਸੰਸਕਾਰ ਹੋ ਰਿਹਾ ਸੀ, ਉੱਥੇ ਹੀ ਬੈਠ ਗਏ। ਮਹਾਰਾਜ ਨੇ ਬਾਬਾ ਜੀ ਨੂੰ, ਬਾਬਾ ਬਿਧੀ ਚੰਦ ਜੀ ਨੂੰ ਆਖਿਆ, ਬਿਧੀ ਚੰਦ ਜੀ ਵੱਡੀ ਗਿਣਤੀ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੋ। ਕਹਿਣ ਲੱਗੇ, ਕਮਾਲ ਦੀ ਗੱਲ ਵੇਖੋ ਜੀ।
ਹਾਂਜੀ उस समय मिठा कौन खांदा जी, पर सच्चे पातशाह महाराज ने वड्डी गिणती विच कड़ाह प्रसाद जी दी देग तैयार करवाई जी। हाँ जी नर को गन उठाए कर लियायो, हाँ जी सबन बाप का कीन स्नान। तै गुरमुखो इन्नी वड्डी गिणती विच कड़ाह प्रसाद दी देग तैयार करवाई गई। सच्चे पातशाह गरीब नवाज जी दी हजूरी विच कई सिख देग चुक के लैके आए जी। तुसी खुद हिसाब लाओ। हाँ जी महाराज सच्चे पातशाह लागे ही दीवान सजा के बैठ गए। माता मरवाही जी बैराग करन, माता नानकी जी बैराग करन। पता लगा जी बीबी वीरो जी नूं वो भी पहुंचण दीयां तैयारियां करन, पर उन्हां दे पहुंचण तो पहलां ही सारा कारज कर दिता सीगा जी। बीबी वीरो जी दे पहुंचण तो पहलां ही जी। हाँ जी बहुत लोग आउणगे बैराग करनगे, कई कुछ होएगा जी। महाराज ने पहला ही सारा कारज कर लिया जी। ते वड्डी गिणती विच कड़ाह प्रसाद जी दी देग आ गई। महाराज सज गए, सब सिखां नूं कहा भाई बह जाओ। कमाल दी गल वेखो, एक पासे बाबा जी दे शरीर दा संस्कार होंदे आ जी। जिस समय सारे लागे खलोते हुंदे महाराज ने दीवान ला लिया। महाराज कहंदे इत्थे बैठो सारे। हाँ जी पंचामृत सो दयो बरताए। पहला ते गुरु हरगोबिंद साहब कहंदे भी कड़ाह प्रसाद छको सारे। हाँ जी कड़ाह प्रसाद सारी संगत नूं वरताया गया। हाँ जी सब सुनाए श्री बदन अलाए। हुण गुरु हरगोबिंद साहब दे बचन तुसी बड़े ध्यान नाल सुनियो। हो सकदा जिंदगी विच बहुत सारियां ने पहली वारी ये बचन सुनने होण जी। हाँ जी मैं दास ने ते आप अज पहली वारी पढ़े ते पहली वारी सुनाउणे हैं जी। हाँ जी महाराज सच्चे पातशाह गरीब नवाज श्री गुरु हरगोबिंद साहब जी सारे सिखां नूं कहण लगे भी गल बड़े ध्यान नाल सुनो साडी। हाँ जी तर है कामना जो सिख आवे। हाँ जी करे हितावल इत अर पावे। ये साडे पुत्र दा अस्थान है, बाबा गुरदित्ता जी दा अस्थान बनेगा। इत्थे कहण लगे आउण वाले समय विच बड़ा वड्डा अस्थान बनेगा। वो हुण बनिया जी अस्थान जी साडे सामने है। कड़ाह प्रसाद कहण लगे इत्थे तां वरताया, आउण वाले समय विच कोई भी मनुख कोई भी कामना लैके मंग लैके इस अस्थान ते जदों कड़ाह प्रसाद दी देग करवावेगा। हाँ जी शरदा सहत दर्श को पाए। नाले शरदा दे नाल बाबा जी दे इस स्थान दे दर्शन करेगा। मैं फिर बेनती एक कर दियां, बाबा गुरदित्ता जी दा कल्ला नाम कदी भी गुरु हरगोबिंद साहब ने नहीं सी लिया जी। जदों भी बुलाउंदे सन बाबा गुरदित्ता कहंदे सन जी। ये साडा बाबा जी प्यार नाल कहंदे हुंदे सन, क्यों गुरु जी नूं पता सी भी गुरु हर राय साहब जी दे बाप ने जी, तां सत्कार करदे सन। महाराज कहन लगे इस अस्थान दे कड़ाह प्रसाद दी देग करवा के भावना दे नाल जेड़ा दर्शन करया करेगा ना। हाँ जी मन बांछत पुरवह समुदाय। जो मन विच इच्छा रखेगा कड़ाह प्रसाद दी देग करावे, ओदी इच्छा तुरंत ही पूरी हो जाएगी। गज के आखो वाह। आ बचन गुरु हरगोबिंद साहब जी ने उस थां बारे बख्शिश की जी। हाँ जी नीम तरोवर होए बिलंद। आ जेड़ी छड़ी बाबा जी ने अपने हथी गड्डी है, बाबा गुरदित्ता जी ने। श्री गुरु हरगोबिंद साहब कहन लगे सिखो इस थां ते निम दा रुख होएगा। कहन लगे बड़ा वड्डा नेम दा रुख होएगा। कहन लगे हाँ जी श्री गुरदित्ते दर्श मिलंद। ते जेड़ा उस नेम दे भी दर्शन करया करेगा बाबा जी दी याद नूं समर्पित। गज के आखो वाहिगुरू। रुख दा पुजारी नहीं सिख, इस गल दा भी ध्यान रखना। पर बाबा जी दी याद नूं समर्पित क्यों ये नेम उन्हां हथी गड्डी सी। कहन लगे इत्थे छड़ी क्यों तुसीं सुनिया कथा सुनी जिन्ना ध्यान नाल सुनी होएगी। जदों वो गां नूं जिउंदी करना सी ते बाबा जी ने निम दी छड़ी तोड़ी सी जी। हाँ जी टाणी तोड़ी सी, ओनू छड़ी बनाया ते ओनू गां उत्ते लाया जी। हाँ जी ओहो ही छड़ी बाबा जी ने लिया के उत्थे गड्ड दित्ती सी जी। ते निम ते आपे ही बनना सी उन्हें। बाबा जी दी याद विच
ਜਿਹੜਾ ਇਸ ਅਸਥਾਨ ਤੇ ਆਇਆ ਕਰੇਗਾ। ਹਾਂਜੀ, ਕਰ ਹੈ ਬੰਦਨਾ ਦੇਖਤ ਨੈਣ, ਤੇ ਆ ਕੇ ਇਸ ਨਿੰਮ ਨੂੰ ਵੇਖਿਆ ਕਰੇਗਾ, ਇਸ ਅਸਥਾਨ ਦੇ ਦਰਸ਼ਨ ਕਰੇਗਾ, ਇਸ ਅਸਥਾਨ ਤੇ ਮੱਥਾ ਰੱਖੇਗਾ, ਨਮਸਕਾਰ ਕਰੇਗਾ ਜਿਹੜਾ ਸਿੱਖ ਇੱਥੇ ਆ ਕੇ। ਹਾਂਜੀ, ਸਕਲ ਕਾਮਨਾ ਪ੍ਰਾਪਤ ਐਨ, ਉਹਦੀਆਂ ਸਾਰੀਆਂ ਹੀ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਗੱਜ ਕੇ ਆਖੋ ਵਾਹਿਗੁਰੂ। ਔਰ ਉਸ ਅਸਥਾਨ ਦੇ ਉੱਤੇ ਹੀ ਇਹ ਗੱਲ ਲਿਖੀ ਹੈ, ਜਦੋਂ ਤੁਸੀਂ ਜਾਓ ਬਾਬਾ ਜੀ ਦੇ ਅਸਥਾਨ ਦੇ ਦਰਸ਼ਨ ਕਰਨ, ਉਸ ਅਸਥਾਨ ਦੇ ਉੱਤੇ ਪੰਕਤੀਆਂ ਲਿਖੀਆਂ, ਧੰਨ ਬਾਬਾ ਗੁਰਦਿੱਤਾ ਜੀ, ਦੀਨ ਦੁਨੀ ਦਾ ਟਿੱਕਾ ਜੀ, ਜੋ ਵਰ ਮੰਗਿਆ ਸੋ ਵਰ ਦਿੱਤਾ ਜੀ। ਹਾਂਜੀ, ਉਹ ਉੱਥੇ ਇਹ ਬਚਨ ਲਿਖੇ ਹੋਏ ਜੀ। ਹਾਂਜੀ, ਨਿਤ ਪ੍ਰਤ ਇਹਾਂ ਹਿਤਾਵਲ ਆਏ, ਨਿਤ ਪ੍ਰਤ ਇਹਾਂ ਤਿਹਾਵਲ ਆਏ। ਸੱਚੇ ਪਾਤਸ਼ਾਹ ਕਹਿਣ ਲੱਗੇ ਇੱਥੇ ਹਰ ਰੋਜ਼ ਹੀ ਕੜਾ ਪ੍ਰਸ਼ਾਦ ਦੀ ਦੇਗ ਹੋਇਆ ਕਰੇਗੀ ਜੀ। ਕਿੱਥੇ ਪਹਾੜ ਹੀਗਾ ਜੀ, ਉਸ ਸਮੇਂ ਤੇ ਪਹੁੰਚਣਾ ਵੀ ਉਹਨਾਂ ਥਾਵਾਂ ਤੇ ਏਡਾ ਸੌਖਾ ਨਹੀਂ ਸੀ ਹੈਗਾ ਜੀ, ਔਰ ਬਹੁਤ ਘੱਟ ਸਨ ਜੀ ਉਸ ਪਾਸੇ ਵਸੋਂ ਜੀ। ਪਰ ਮਹਾਰਾਜ ਨੇ ਉਸ ਦਿਨ ਤੋਂ ਹੀ ਬਚਨ ਕਰਤਾ ਵੀ ਇੱਥੇ ਹਰ ਰੋਜ਼ ਕੜਾ ਪ੍ਰਸ਼ਾਦ ਆ ਜਾਇਆ ਕਰੇਗਾ। ਕਹਿਣ ਲੱਗੇ ਹਾਂਜੀ, ਤ੍ਰਿਪਤ ਹੈ ਸਿੱਖ ਸੰਗਤ ਸਭ ਖਾਏ, ਇੱਥੇ ਉੱਤੇ ਲੰਗਰ ਲੱਗੇ ਰਹਿਣਗੇ। ਕਹਿਣ ਲੱਗੇ ਜਿਹੜਾ ਜਿਹੜਾ ਇੱਥੇ ਆਏਗਾ ਉਹ ਰੱਜ ਕੇ ਜਾਇਆ ਕਰੇਗਾ। ਗੱਜ ਕੇ ਆਖੋ ਵਾਹਿਗੁਰੂ। ਇਹੋ ਬਚਨ ਤੇ ਬਾਬਾ ਟਲ ਰਾਏ ਜੀ ਵਾਰੀ ਵੀ ਕੀਤੇ ਹੈਗੇ ਜੀ। ਹਾਂਜੀ, ਵੀ ਇੱਥੇ ਪੱਕੀਆਂ ਪਕਾਈਆਂ ਹੀ ਆਉਣਗੀਆਂ। ਬਾਬਾ ਟਲ ਰਾਏ ਜੀ ਦੇ ਅਸਥਾਨ ਉੱਤੇ ਬਹਿਣ ਵਾਲਾ ਬੰਦਾ ਭੁੱਖਾ ਨਹੀਂ ਰਹਿ ਸਕਦਾ ਜੀ। ਉਹ ਬਚਨ ਹੀ ਅੱਜ ਇਸ ਥਾਂ ਤੇ ਵੀ ਕਰਦੇ। ਇੱਥੇ ਲੰਗਰ ਚੱਲਿਆ ਕਰਨਗੇ। ਜਦੋਂ ਸੰਗਤ ਗਈ ਸੀ, ਆਪਾਂ ਸਾਰਿਆਂ ਬਾਬਾ ਜੀ ਦੇ ਅਸਥਾਨ ਤੇ ਲੰਗਰ ਛਕਿਆ ਸੀਗਾ ਜਾ ਕੇ ਜੀ। ਹਾਂਜੀ, ਮਹਾਰਾਜ ਨੇ ਬਚਨ ਕੀਤਾ ਇੱਥੇ ਆਉਣ ਵਾਲਾ ਬੰਦਾ ਭੁੱਖਾ ਨਹੀਂ ਰਹਿ ਸਕਦਾ ਜੀ। ਹਾਂਜੀ, ਦੇਸ਼ ਵਿਦੇਸ਼ੀ ਜੋ ਚੱਲ ਆਵੇ, ਤੇ ਹੁਣ ਸੁਣੋ, ਗੱਜ ਕੇ ਆਖੋ ਵਾਹਿਗੁਰੂ। ਤੁਹਾਨੂੰ ਜਦੋਂ ਜ਼ਿੰਦਗੀ 'ਚ ਸਮਾਂ ਮਿਲੇ ਜ਼ਰੂਰ ਦਰਸ਼ਨ ਕਰਿਓ। ਤੇ ਵਿਦੇਸ਼ ਵਾਲਿਆਂ ਨੂੰ ਬੇਨਤੀ ਆ, ਤੁਹਾਡੇ ਬਾਰੇ ਪੰਕਤੀ 'ਚ ਸੱਚੇ ਪਾਤਸ਼ਾਹ ਦੀ ਦੁਬਾਰਾ ਪੰਕਤੀ ਦਾ ਪਾਠ ਕਰੋ। ਹਾਂਜੀ, ਦੇਸ਼ ਵਿਦੇਸ਼ੀ ਜੋ ਚੱਲ ਆਵੇ, ਦੇਸ਼ ਤੋਂ ਵਿਦੇਸ਼ ਤੋਂ ਜਿਹੜਾ ਇਸ ਅਸਥਾਨ ਤੇ ਚੱਲ ਕੇ ਆਵੇਗਾ ਦਰਸ਼ਨ ਕਰਨ ਵਾਸਤੇ। ਹਾਂਜੀ, ਇਸ ਥਲ ਤੇ ਸੋ ਤਿਹਾਵਲ ਖਾਵੇ, ਤੇ ਜਿਹੜਾ ਇਸ ਥਾਨ ਤੇ ਆ ਕੇ ਕੜਾ ਪ੍ਰਸ਼ਾਦ ਛਕੇਗਾ। ਗੱਜ ਕੇ ਆਖੋ ਵਾਹਿਗੁਰੂ। ਕਿਤੇ ਜਾਓਗੇ ਬਾਬਾ ਜੀ ਦੇ ਅਸਥਾਨ ਤੇ ਤੇ ਕਿਤੇ ਐ ਨਾ ਕਰ ਬੈਠਿਓ, ਜਿੰਨੀ ਦੇਗ ਦੇਣ ਓਨੀ ਛਕ ਲਿਓ ਜੀ। ਹਾਂਜੀ, ਬੜੀ ਬੜੀ ਸਮੱਤ ਗੱਲਾਂ ਚੋਂ ਮਿਲ ਜਾਂਦੀ ਹੈ। ਉੱਥੇ ਕੀ ਪਤਾ ਕਿਹੜੀਆਂ ਬਖਸ਼ਿਸ਼ਾਂ ਵਰਤਦੀਆਂ ਜੀ। ਹਾਂਜੀ, ਦੇਗ ਰੂਪ ਵਿੱਚ ਪਤਾ ਨਹੀਂ ਕਿਹੜੀ ਗੁਰੂ ਜੀ ਦੀ ਬਖਸ਼ਿਸ਼ ਵਰਤਣੀ ਬਾਬਾ ਜੀ ਦੀ, ਉਹ ਬਖਸ਼ਿਸ਼ ਅੱਗੇ ਆਪਾਂ ਇਹ ਕਰ ਦਈਏ ਜੀ। ਹਾਂਜੀ, ਦੇਸ਼ ਵਿਦੇਸ਼ਾਂ ਤੋਂ ਜਿਹੜੇ ਸਿੱਖ ਆਉਣਗੇ ਇੱਥੇ ਆ ਕੇ ਕੜਾ ਪ੍ਰਸ਼ਾਦ ਛਕਣਗੇ। ਹਾਂਜੀ, ਪੁੰਨ ਸਥਾਨ ਮਹਾਨ ਬਣੇ ਹੈ, ਤੇ ਇਸ ਅਸਥਾਨ ਦੇ ਦਰਸ਼ਨਾਂ ਦਾ ਉਹਨਾਂ ਨੂੰ ਬੜਾ ਹੀ ਪੁੰਨ ਲੱਗੇਗਾ। ਕਹਿਣ ਲੱਗੇ ਗੱਜ ਕੇ ਆਖੋ ਬਾਬਾ ਜੀ ਦੇ ਇਸ ਅਸਥਾਨ ਦਾ ਉਹਨਾਂ ਨੂੰ ਬੜਾ ਪੁੰਨ ਲੱਗੇਗਾ। ਹਾਂਜੀ, ਦਰਸ਼ਨ ਤੇ ਕਲ ਮਲ ਬਿਨਸੈ ਹੈ, ਇਸ ਅਸਥਾਨ ਦੇ ਦਰਸ਼ਨ ਕੀਤਿਆਂ ਮਨ ਪਵਿੱਤਰ ਹੋਏਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਹਿਰਦੇ ਵਿੱਚ ਸ਼ਾਂਤੀ ਆਏਗੀ, ਦਰਸ਼ਨ ਕੀਤਿਆਂ ਪਾਪਾਂ ਤੋਂ ਛੁੱਟੀ ਮਿਲੇਗੀ। ਹਾਂਜੀ, ਸੇਵੇ ਔਰ ਨਿਰਮਲ ਬਨ ਜਾਏ, ਇਸ ਅਸਥਾਨ ਦੀ ਜਿਹੜਾ ਸੇਵਾ ਕਰੇਗਾ, ਸੇਵਾ ਕਰਦਿਆਂ ਕਰਦਿਆਂ ਉਹਦਾ ਮਨ ਨਿਰਮਲ ਹੋ ਜਾਏਗਾ। ਕਹਿਣ ਲੱਗੇ ਮਨ ਦੀ ਮੈਲ ਜਿਹੜੀ ਹੈ ਉਹ ਦੂਰ ਹੋ ਜਾਏਗੀ ਇਸ ਅਸਥਾਨ ਦੀ ਜਿਹੜਾ ਸੇਵਾ ਕਰੇਗਾ। ਵੇਖੋ ਬਾਬਾ ਜੀ ਨੇ ਗੁਰੂ ਜੀ ਦਾ ਬਚਨ ਕਮਾਇਆ, ਕਿੰਨੀਆਂ ਥਾਂ ਨੂੰ ਹੀ ਕਿੰਨੀਆਂ ਬਖਸ਼ਿਸ਼ਾਂ ਚੱਲੀਆਂ ਜੀ। ਹਾਂਜੀ, ਇਹ ਜੇ ਗੁਰਮੁਖ ਜਿਉਂਦਿਆਂ ਵੀ ਪ੍ਰਵਾਨ, ਤੇ ਜੇ ਗੁਰਮੁਖ ਨੇ ਸਰੀਰ ਤਿਆਗਿਆ ਉਹ ਤਾਂ ਵੀ ਪ੍ਰਵਾਨ ਜੀ। ਹਾਂਜੀ, ਜਿਉਂਦਿਆਂ ਵੀ ਬਖਸ਼ਿਸ਼ਾਂ ਤੇ ਸਰੀਰ ਤਿਆਗਣ ਤੋਂ ਬਾਅਦ ਵੀ ਬਖਸ਼ਿਸ਼ਾਂ ਜੀ। ਬਾਬਾ ਜੀ ਦਾ ਬਚਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਪ੍ਰਥਾਏ ਕਰ ਰਹੇ ਨੇ। ਦੇਸ਼ਾਂ ਵਿਦੇਸ਼ਾਂ ਤੋਂ ਆਉਣਗੇ, ਦਰਸ਼ਨ ਕਰਨਗੇ, ਸੁੱਖ ਪਾਉਣਗੇ, ਨਾਲੇ ਜਿਹੜਾ ਸੇਵਾ ਕਰੇਗਾ ਉਹਦੀ ਮੈਲ ਕੱਟੀ ਜਾਏਗੀ ਅੰਦਰ ਦੀ। ਹਾਂਜੀ, ਭਗਤ ਗਿਆਨ ਗੁਰ ਸਿੱਖੀ ਪਾਏ, ਉਹਦਾ ਮਨ ਭਗਤੀ ਵਾਲਾ ਹੋ ਜਾਏਗਾ ਜੀ। ਉਹਨੂੰ ਗਿਆਨ ਦੀ ਪ੍ਰਾਪਤੀ ਹੋਏਗੀ, ਉਹਦੀ ਜ਼ਿੰਦਗੀ ਵਿੱਚ ਸਿੱਖੀ ਟਿਕੇਗੀ। ਜਿਹੜਾ ਬਾਬਾ ਜੀ ਦੇ ਇਸ ਸਥਾਨ ਦੇ ਦਰਸ਼ਨ ਕਰੇਗਾ। ਹਾਂਜੀ, ਬਰਖਾ ਮਹਾ ਅੰਧੇਰੀ ਜੋਏ, ਭਾਵੇਂ ਮੀਂਹ ਪਵੇ, ਭਾਵੇਂ ਹਨੇਰੀ ਆਵੇ,
ਜੋ ਮਰਜ਼ੀ ਹੋਵੇ ਕਹਿਣ ਲੱਗੇ। ਹਾਂਜੀ ਤਾਊ ਤੇ ਹਾਵਲ ਇਸ ਥਲ ਹੋਏ। ਤੇ ਹੱਥ ਜੋੜੋ ਤੇ ਗੱਜ ਕੇ ਆਖੋ ਸਾਰੇ ਵਾਹਿਗੁਰੂ। ਆਖੋ ਸਾਰੇ ਧੰਨ ਬਾਬਾ ਗੁਰਦਿੱਤਾ ਜੀ। ਧੰਨ ਬਾਬਾ ਗੁਰਦਿੱਤਾ ਜੀ। ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ, ਸਿੱਖੋ ਮੀਂਹ ਦਾ ਸਮਾਂ ਹੋਵੇ, ਹਨੇਰੀ ਦਾ ਸਮਾਂ ਹੋਵੇ, ਬਾਬਾ ਜੀ ਦੇ ਅਸਥਾਨ ਤੇ ਕੜਾ ਪ੍ਰਸ਼ਾਦ ਵਰਤਦਾ ਹੀ ਰਹੇਗਾ ਕਹਿਣ ਲੱਗੇ। ਇੱਥੇ ਆਪੇ ਹੀ ਕੜਾ ਪ੍ਰਸ਼ਾਦ ਪਹੁੰਚ ਦਿਆ ਕਰੇਗਾ ਕਹਿਣ ਲੱਗੇ। ਹਾਂਜੀ ਇਤਿਆਦਿਕ ਮਹਿਮਾ ਕਹਿਥਾਨ। ਇਸ ਤਰੀਕੇ ਨਾਲ ਅਸਥਾਨ ਦੀ ਮਹਿਮਾ ਕੀਤੀ ਜੀ, ਬਾਬਾ ਜੀ ਦੇ ਅਸਥਾਨ ਦੀ। ਪਹਿਲਾਂ ਆਪ ਸੰਸਕਾਰ ਕਰਾਇਆ, ਉਦੋਂ ਬਾਬਾ ਜੀ ਦੇ ਸਰੀਰ ਦਾ ਤਕਰੀਬਨ ਸੰਸਕਾਰ ਹੋ ਚੁੱਕਾ ਸੀਗਾ ਜੀ। ਇਸ ਤਰੀਕੇ ਨਾਲ ਉਸ ਅਸਥਾਨ ਦੀ ਬੜੀ ਭਾਰੀ ਮਹਿਮਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ। ਤੇ ਸਿੱਖ ਜਗਤ ਵਿੱਚ ਬਹੁਤ ਥੋੜੇ ਲੋਕ ਹੋਣਗੇ ਜੀ ਜਿਨ੍ਹਾਂ ਨੇ ਪੋਥੀ ਗ੍ਰੰਥ ਪੜ੍ਹਿਆ ਜੀ, ਜਾਂ ਜਿਹੜੇ ਲੜੀਵਾਰ ਕਥਾ ਸੁਣਦੇ, ਜਿਨ੍ਹਾਂ ਨੂੰ ਉਸ ਸਥਾਨ ਦੀ ਮਹਿਮਾ ਦਾ ਪਤਾ ਹੋਏਗਾ ਜੀ। ਫੇਰ ਆਖੋ ਧੰਨ ਬਾਬਾ ਗੁਰਦਿੱਤਾ ਜੀ। ਧੰਨ ਬਾਬਾ ਗੁਰਦਿੱਤਾ ਜੀ। ਦੀਨ ਦੁਨੀ ਦਾ ਟਿੱਕਾ ਜੀ। ਦੀਨ ਦੁਨੀ ਦਾ ਟਿੱਕਾ ਜੀ। ਜੋ ਵਰ ਮੰਗਿਆ ਸੋ ਵਰ ਦਿੱਤਾ ਜੀ। ਜੋ ਵਰ ਮੰਗਿਆ ਸੋ ਵਰ ਦਿੱਤਾ ਜੀ। ਹਾਂਜੀ ਵੇਖੋ ਬੜੀਆਂ ਜ਼ਿੰਦਗੀ ਦੀਆਂ ਲੋੜਾਂ ਹੁੰਦੀਆਂ ਜੀ ਗੁਰਮੁਖੋ। ਹਾਂਜੀ ਭਜਨ ਬੰਦਗੀ ਕਰਨ ਵਾਸਤੇ ਪਹਿਲਾਂ ਲੋੜਾਂ ਪੂਰੀਆਂ ਹੋ ਜਾਣ ਸੀ, ਨਹੀਂ ਤੇ ਇਹਨਾਂ 'ਚ ਹੀ ਧਿਆਨ ਲੱਗਾ ਰਹਿੰਦਾ ਜੀ। ਹਾਂਜੀ ਸੱਚੇ ਪਾਤਸ਼ਾਹ ਨੇ ਉਸ ਸਥਾਨ ਦੀ ਵੱਡੀ ਮਹਿਮਾ ਕੀਤੀ ਜੀ, ਵੱਡੀ ਮਹਿਮਾ। ਹਾਂਜੀ ਉਠਤ ਭਏ ਸ੍ਰੀ ਗੁਰ ਭਗਵਾਨ। ਮਹਿਮਾ ਕਰਕੇ ਸ੍ਰੀ ਗੁਰੂ ਭਗਵਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਮੇਤ ਸੰਗਤਾਂ ਦੇ ਉਸ ਸਥਾਨ ਤੋਂ ਉੱਠੇ। ਹਾਂਜੀ ਅਸ਼ਟ ਘਾਟ 17 ਸਹਿ ਸੰਮਤ। ਸੰਮਤ 1692 ਦਾ ਦਿਨ ਸੀਗਾ। ਹਾਂਜੀ ਅਸੂ ਮਾਸ ਸੁਦੀ ਦਸਵੀਂ ਥਿਤ। ਅਸੂ ਦਾ ਮਹੀਨਾ ਸੀਗਾ ਜੀ, ਅਸੂ ਦਾ, ਅਕਤੂਬਰ ਵਾਲਾ ਮਹੀਨਾ ਜੀ। ਹਾਂਜੀ ਅਸੂ ਦਾ ਮਹੀਨਾ ਸੀਗਾ। ਸੰਮਤ ਵਾਹਿਗੁਰੂ ਅਸੂ ਮਾਸ ਸੁਦੀ ਦਸਵੀਂ ਥਿਤ। ਸੁਦੀ ਵਾਲੇ ਦਿਨ ਚੱਲ ਰਹੇ ਸਨ ਤੇ 10ਵੀਂ ਤਰੀਕ ਸੀਗੀ ਜੀ ਉਦੋਂ ਦੀ ਅਸੂ ਮਾਸ ਦੀ। ਹਾਂਜੀ ਕਰ ਸਭ ਕਿਰਿਆ ਗੁਰੂ ਚਲ ਆਏ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਉਸ ਸਥਾਨ ਦੀ ਕਿਰਿਆ ਕੀਤੀ ਜੀ ਸਾਰੀ। ਆਪ ਫਿਰ ਮਹਾਰਾਜ ਹੇਠਾਂ ਕੀਰਤਪੁਰ ਸਾਹਿਬ ਆ ਗਏ ਜੀ। ਹਾਂਜੀ ਸ੍ਰੀ ਗੁਰਦਿੱਤਾ ਜੋਤ ਸਮਾਏ। ਤੇ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਜੋਤ ਗੁਰੂ ਜੀ ਦੀ ਜੋਤ ਵਿੱਚ ਸਮਾ ਗਈ ਜੀ। ਜੋਤੀ ਜੋਤ ਰਲੀ, ਜੋਤੀ ਜੋਤ ਰਲੀ, ਜੋਤੀ ਜੋਤ ਰਲੀ, ਜੋਤੀ ਜੋਤ, ਜੋਤੀ ਜੋਤ ਰਲੀ, 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 ਜੋਤੀ ਜੋਤ ਰਲੀ। ਸੰਪੂਰਨ ਥੀਆ ਰਾਮ, ਸੰਪੂਰਨ ਥੀਆ ਰਾਮ, ਸੰਪੂਰਨ ਥੀਆ ਰਾਮ, ਸੰਪੂਰਨ ਥੀਆ ਰਾਮ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਏ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਹਾਂਜੀ ਗੁਰਮੁਖੋ ਬਾਬਾ ਜੀ ਨੇ ਆਪਣੀ ਸਾਰੀ ਜ਼ਿੰਦਗੀ ਸਤ ਬਚਨ ਹੀ ਕੀਤਾ ਜੀ। ਅੰਤਲੇ ਸਮੇਂ ਵੀ ਸਤ ਬਚਨ ਹੀ ਕੀਤਾ ਜੀ ਬਾਬਾ ਜੀ ਨੇ। ਇੰਨਾ ਭੈ ਸਤਿਗੁਰੂ ਜੀ ਦਾ। ਹਾਂਜੀ ਤੁਸੀਂ ਸਰਵਣ ਕੀਤਾ ਬਾਬਾ ਜੀ ਦੇ ਜੀਵਨ ਦੀ ਕਥਾ ਕਰਦਿਆਂ ਸ਼ੁਰੂ ਤੋਂ ਲੈ ਕੇ ਉਸ ਅਸਥਾਨ ਤੇ ਜਿੱਥੇ ਬਾਬਾ ਜੀ ਦਾ ਆਗਮਨ ਹੋਇਆ, ਭਾਈ ਕੀ ਡਰੌਲੀ, ਉਸ ਕਮਰੇ ਦੇ ਵੀ ਤੁਸੀਂ ਦਰਸ਼ਨ ਕੀਤੇ ਜੀ ਸਾਰਿਆਂ ਨੇ। ਹਾਂਜੀ ਸੱਚੇ ਪਾਤਸ਼ਾਹ ਮਿਹਰ ਕਰਨ, ਗਰੀਬ ਨਵਾਜ ਸਾਡੀ ਜ਼ਿੰਦਗੀ ਵਿੱਚ ਭੈ ਆਵੇ, ਭਜਨ ਆਵੇ, ਗੁਰਬਾਣੀ ਦਾ ਪ੍ਰੇਮ ਆਵੇ, ਭਜਨ ਆਵੇ, ਸੇਵਾ ਦਾ ਪ੍ਰੇਮ ਆਵੇ। ਆਪਣੇ ਚਰਨਾਂ ਨਾਲ ਗੁਰੂ ਜੀ ਸਾਨੂੰ ਸਾਰਿਆਂ ਨੂੰ ਜੋੜ ਕੇ ਰੱਖਣ। ਅੱਜ ਵੀ ਜਿਸ ਥਾਂ ਤੇ ਬਾਬਾ ਜੀ ਨੇ ਸਰੀਰ ਤਿਆਗਿਆ,
ਜਿੱਥੇ ਨਿੰਮ ਦੀ ਉਹ ਛੜੀ ਗੱਡੀ ਸੀ ਉੱਥੇ ਬੜਾ ਵੱਡਾ ਉਹ ਰੁੱਖ ਹੈਗਾ ਜੀ। ਉੱਥੇ ਜੀ ਸੰਗਤਾਂ ਕੜਾਹ ਪ੍ਰਸ਼ਾਦ ਦੀ ਦੇਗ ਉੱਥੇ ਕਰਾਉਂਦੀਆਂ ਨੇ। ਕੜਾਹ ਪ੍ਰਸ਼ਾਦ ਦੀ ਦੇਗ ਅੱਜ ਵੀ ਉਸ ਥਾਂ ਤੇ ਵਰਤ ਰਹੀ ਹੈ। ਗੁਰੂ ਕੇ ਲੰਗਰ ਅੱਜ ਵੀ ਉਸ ਸਥਾਨ ਤੇ ਵਰਤਦੇ ਨੇ। ਬਹੁਤ ਸਾਰੇ ਗੁਰਸਿੱਖ ਕਾਮਨਾ ਲੈ ਕੇ ਉਸ ਸਥਾਨ ਤੇ ਜਾਂਦੇ ਨੇ ਤੇ ਸਹਿਤ ਕਾਮਨਾ ਦੇ ਫਿਰ ਵਾਪਸ ਆਉਂਦੇ ਜੀ। ਜੋ ਮੰਗਦੇ ਹੋ ਫਿਰ ਉਹਨਾਂ ਨੂੰ ਬਾਬਾ ਜੀ ਦੇ ਉਸ ਸਥਾਨ ਤੋਂ ਬਖਸ਼ਿਸ਼ ਮਿਲਦੀ ਹੈ। ਵੇਖੋ ਦੂਜੇ ਪਾਸੇ ਤੁਰਨ ਦੀ ਲੋੜ ਨਹੀਂ ਹੈ ਕਿ ਸਿੱਖ ਨੂੰ ਜੀ। ਆਪਣੇ ਬਾਬਾ ਜੀ ਨੂੰ ਯਾਦ ਕਰੋ, ਤੁਹਾਨੂੰ ਬਹੁਤ ਕੁਝ ਪ੍ਰਾਪਤ ਹੋ ਜਾਏਗਾ ਜੀ। ਹਾਂਜੀ, ਬਾਬਾ ਗੁਰਦਿੱਤਾ ਜੀ ਦੀ ਬੜੀ ਵੱਡੀ ਵਡਿਆਈ ਗੁਰੂ ਜੀ ਨੇ ਕੀਤੀ। ਤੁਸੀਂ ਵੀ ਆਖੋ ਸਾਰੇ, ਧੰਨ ਬਾਬਾ ਗੁਰਦਿੱਤਾ ਜੀ, ਧੰਨ ਬਾਬਾ ਗੁਰਦਿੱਤਾ ਜੀ, ਧੰਨ ਧੰਨ ਬਾਬਾ ਗੁਰਦਿੱਤਾ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਦਇਆ ਕਰਨ ਬਾਬਾ ਜੀ ਦੇ ਉਸ ਮਹਾਨ ਸਥਾਨ ਤੇ। ਜਿਹਨੂੰ ਵੀ ਜਦੋਂ ਵੀ ਸਮਾਂ ਲੱਗੇ ਉਹ ਜ਼ਰੂਰ ਜਾ ਕੇ ਬਾਬਾ ਜੀ ਦੇ ਸਥਾਨ ਦੇ ਦਰਸ਼ਨ ਕਰਕੇ ਆਇਓ। ਬੜਾ ਮਹਾਨ ਪ੍ਰਤਾਪ ਹੈ ਉਸ ਅਸਥਾਨ ਦਾ ਜੀ, ਔਰ ਬੜੀ ਵੱਡੀ ਸਿੱਖਿਆ ਹੀ ਮਿਲਦੀ ਜੀ ਉਹਨਾਂ ਸਥਾਨਾਂ ਤੇ ਜਾ ਕੇ। ਸੱਚੇ ਪਾਤਸ਼ਾਹ ਮਿਹਰ ਕਰਨ, ਦਇਆ ਕਰਨ। 1 ਮਿੰਟ ਹੁਣ ਵਾਹਿਗੁਰੂ ਵਾਹਿਗੁਰੂ ਜਪੋ, ਫਿਰ ਖਿਮਾ ਮੰਗੀਏ। ਪ੍ਰੇਮ ਨਾਲ ਧਿਆਨ ਧਰੋ ਗੁਰਮੁਖੋ। ਬਾਬਾ ਜੀ ਨੇ ਸਰੀਰ ਤਿਆਗਿਆ। ਸੰਸਾਰ ਦੇ ਸਾਰੇ ਲੋਕ ਹੀ ਸਰੀਰ ਤਿਆਗਦੇ ਨੇ ਜੀ। ਹਾਂਜੀ, ਪਰ ਜਿਹੜੇ ਭਜਨ ਕਰਦੇ ਨੇ, ਗੁਰੂ ਜੀ ਦੇ ਦਰਸ਼ਨ ਕਰਦੇ ਨੇ ਤੁਹਾਡੇ ਵਾਂਗ, ਫਿਰ ਉਹ ਮਾਇਆ ਦੇ ਤੱਤੇ ਝੋਲਿਆਂ ਤੋਂ ਬਚ ਜਾਂਦੇ ਜੀ। ਗੁਰੂ ਜੀ ਦੇ ਚਰਨਾਂ ਨਾਲ ਜੁੜੇ ਰਹਿੰਦੇ ਨੇ। ਕਰੋ ਨੇਤਰ ਬੰਦ ਤੇ ਆਖੋ ਸਾਰੇ, ਵਾਹਿਗੁਰੂ 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 ਵਾਹਿਗੁਰੂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਸਾਰਿਆਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਦੋਵੇਂ ਹੱਥ ਜੋੜੋ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ